दया तो सरनाय। नानक की प्रभ बेनती अपनी भगति नाय। विसर नाही दातार अपना नाम देहो। गुण गावा दिन रात नानक जाओ हो। विण तुद होर जे मंगना सिर दुखां कै दुख। देह नाम संतोखिया उतरै मन की भुख। मूक उजरै शास्त्र खट पिंग किरण चढ़ जाय। अंध लखै बदरो सुनै जो काल कृपा कराय। अंध लखै बदरो सुनै जो काल कृपा कराय। सतनाम श्री वाहिगुरु साहिब जी। मस्तकं पगडंत सैलं करतमं तरंत पीपल कहै। सागरं लगंत पिंगं तुम परगास अंध कहै। मस्तकं पगडंत सैलं। वाहिगुरु जी का खालसा वाहिगुरु जी की फतेह। परम सत्कारयोग साजी नवाजी गुरु स्वरूप गुरु का खास रूप गुरु खालसा गुरु संगत जी। गरीब नवाज सच्चे पातशाह महाराज जी की रहमत बख्शिश का सदका आप जी पिछले पहर के दीवाना दियां हाजरियां भर के लाहे प्राप्त कर रहे हो। बहुत ही सत्कारयोग ब्रह्म ज्ञानी ब्रह्मलीन तत्वेते महापुरख संत बाबा गुरबचन सिंह जी मालवा जी जो पिछले दिनी शरीरक यात्रा पूरी करदिया होया अपना पंज भौतिक शरीर वाहिगुरु के चरणों के विच जो लीन कर चुके हैं। उन्हां दे निमित्त समूह संगत के उपराले वजों हर रोज की तरह सहस्कृति नामे बाणी की पवित्र कथा प्रारंभ है। आप जी ने पिछे पवित्र कथा श्रवण की सी। धन गुरु अर्जन देव महाराज हरि लाल कृष्ण लाल जी को उपदेश दिता सी। सच्चे पातशाह ने समझाया सी कि भाई वाहिगुरु जी कृपा कर दवे। गरीब नवाज सच्चे पातशाह फिर नाम की दात बख्शिश कर दिंदा है। साधुओं का संग हो जाता है तो जीवन निर्मल हो जाता है। अगे जिवें धन गुरु अर्जन देव महाराज समझा रहे हैं उस वाहिगुरु की समर्था दसदे है। आओ मन बिरतियां एकाग्र करके पावन पवित्र कथा विचार आप जी श्रवण करो। रसना दे ताई करो पवित्र। एक बारी सारे आखो सतनाम श्री वाहिगुरु साहिब जी। सतनाम श्री वाहिगुरु साहिब जी। मस्तकं पगडंत सैलं
ਕਰਦਮੰ ਤਰੰਤ ਪੀਪਲ ਕਹੈ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਜੇ ਵਾਹਿਗੁਰੂ ਬਖਸ਼ਿਸ਼ ਕਰ ਦਵੇ, ਮਿਹਰ ਕਰ ਦਵੇ, ਮਸਕੰ ਭਗਨੰਤ ਸੈਲੰ ਕਰਦਮੰ ਤਰੰਤ ਪਪੀਲ ਕਹੈ। ਸੋ ਗੁਰ ਸੰਗਤ ਜੀ ਮਹਾਰਾਜ ਕਹਿੰਦੇ ਇੱਕ ਛੋਟੀ ਮਸਕਨ ਮੱਖੀ ਹੁੰਦੀ ਹੈ, ਇੱਕ ਮਹਾਰਾਜ ਦੀ ਦਇਆ ਦਾ ਸਦਕਾ, ਮਿਹਰ ਦਾ ਸਦਕਾ ਬਲ ਪਾ ਲੈਂਦੀ ਹੈ। ਤੇ ਜੇ ਮਹਾਰਾਜ ਉਸ ਮੱਖੀ ਨੂੰ ਭਾਈ ਗਰੀਬ ਨਵਾਜ ਬਲ ਪਾ ਦੇ ਇਹਨਾਂ ਵਿੱਚ, ਉਸ ਦੇ ਸਰੀਰ ਦੇ ਵਿੱਚ, ਤੇ ਸੈਲਨ ਪਹਾੜ ਕਿੱਡਾ ਵੱਡਾ ਹੁੰਦਾ ਪਹਾੜ, ਸੋ ਉਸ ਪਹਾੜ ਤੇ ਕਈਆਂ ਤੇ ਅਸੀਂ ਚੜ੍ਹ ਵੀ ਨਹੀਂ ਸਕਦੇ, ਪਰ ਮਹਾਰਾਜ ਜੇ ਮੱਖੀ ਤੇ ਵੀ ਦਇਆ ਕਰਦੇ ਨੇ ਤਾਂ ਮੱਖੀ ਉਸ ਪਹਾੜ ਨੂੰ ਭਗਨੰਤ ਕੋ ਸੰਗਤ ਜੀ ਮਿੱਟੀ ਦੇ ਵਿੱਚ ਮਿਲਾ ਸਕਦੀ ਹੈ, ਪਹਾੜ ਵੀ ਖਤਮ ਕਰ ਸਕਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਕਰਦਮੰ ਤਰੰਤ ਪਪੀਲ ਕਹੈ। ਪਪੀਲ ਕਹੈ ਭਾਵ ਇੱਕ ਕੀੜੀ ਜੋ ਬਹੁਤ ਕਰਦਮੰ ਭਾਵ ਚਿੱਕੜ ਬਹੁਤ ਜ਼ਿਆਦਾ ਹੁੰਦਾ ਹੈ। ਕੀੜੀ ਚਿੱਕੜ ਦੇ ਵਿੱਚੋਂ ਲੰਘ ਨਹੀਂ ਸਕਦੀ, ਪਾਰ ਨਹੀਂ ਕਰ ਸਕਦੀ ਚਿੱਕੜ ਨੂੰ, ਪਰ ਜੇ ਕਿਤੇ ਵਾਹਿਗੁਰੂ ਕਿਰਪਾ ਕਰ ਦਵੇ, ਕੀੜੀ ਵੀ ਭਾਈ ਕਹਿੰਦੇ ਪਪੀਲ ਕਹੈ ਕਰਦਮੰ ਤਰੰਤ, ਕੀੜੀ ਵੀ ਬਹੁਤ ਭਿਆਨਕ ਚਿੱਕੜ ਦੇ ਵਿੱਚੋਂ ਪਾਰ ਕਰ ਜਾਂਦੀ ਹੈ। ਸਾਗਰੰ ਲਗੰਤ ਪਿੰਗੰ ਤੁਮ ਪ੍ਰਕਾਸ਼ ਅੰਧ ਕਹੈ। ਫਿਰ ਗਰੀਬ ਨਵਾਜ ਕਹਿੰਦੇ ਸਾਗਰੰ ਸੋ ਸਾਗਰੰ ਲਗੰਤ ਪਿੰਗੰ, ਜੇ ਕਿਤੇ ਪਿੰਗਲਾ ਗੁਰ ਸੰਗਤ ਜੀ ਸਰੀਰ ਕਰਕੇ ਹੋਵੇ ਪਿੰਗਲਾ, ਪਰ ਉਹ ਬਹੁਤੇ ਵੱਡੇ ਸਾਗਰਾਂ ਨੂੰ ਕਿੱਥੇ ਪਾਰ ਕਰ ਸਕਦਾ ਹੈ। ਉਹ ਤਾਂ ਵਿਚਾਰਾ ਤੁਰ ਕੇ ਕਿਤੇ ਥੋੜੀ ਦੂਰ ਨਹੀਂ ਕਿਤੇ ਜਾ ਸਕਦਾ, ਤੇ ਸਾਗਰ ਕਿੱਥੋਂ ਪਾਰ ਕਰ ਲਵੇਗਾ। ਪਰ ਜੇ ਕਿਤੇ ਗੁਰੂ ਦੀ ਕਿਰਪਾ ਹੋ ਜਾਵੇ, ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਜਾਵੇ, ਨਿਰੰਕਾਰ ਦੀ ਕਿਰਪਾ ਹੋ ਜਾਵੇ, ਤੇ ਪਿੰਗਲਾ ਵੀ ਫਿਰ ਬਹੁਤ ਵੱਡੇ ਸਾਗਰ ਨੂੰ ਭਾਈ ਸਮੁੰਦਰ ਨੂੰ ਲੰਘੰਤ ਪਾਰ ਕਰ ਜਾਂਦਾ ਹੈ। ਉਹ ਪਾਰ ਹੋ ਜਾਂਦਾ ਹੈ। ਅਤੇ ਜਿਨ੍ਹਾਂ ਦੇ ਅੰਦਰ ਬੁੱਧੀ ਦੇ ਅੰਦਰ ਬਹੁਤ ਵੱਡਾ ਅੰਧਕ ਹੈ, ਹਨੇਰਾ ਹੀ ਹਨੇਰਾ ਹੁੰਦਾ ਹੈ, ਸੱਚੇ ਪਾਤਸ਼ਾਹ ਜਦੋਂ ਕਿਰਪਾ ਕਰ ਦਿੰਦੇ ਹੈ, ਉਹਨਾਂ ਦੇ ਹਿਰਦੇ ਰੂਪੀ ਭਾਈ ਜੋ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ, ਤਮ ਪ੍ਰਕਾਸ਼ ਹੈ, ਬਹੁਤ ਪ੍ਰਕਾਸ਼ ਹੋ ਜਾਂਦਾ ਹੈ। ਜਿਨ੍ਹਾਂ ਦੇ ਗੁਰ ਸੰਗਤ ਜੀ ਨੇਤਰਾਂ ਦੇ ਵਿੱਚ ਤਮ ਅੰਧਕ ਹੈ, ਨੇਤਰਾਂ ਦੇ ਵਿੱਚ ਬਹੁਤ ਹਨੇਰਾ ਰਹਿੰਦਾ ਹੈ, ਭਾਵ ਜੋਤ ਚਲੀ ਜਾਂਦੀ ਹੈ ਨੇਤਰਾਂ ਦੀ ਕਿਸੇ ਦੀ, ਪਰ ਜੇ ਕਿਤੇ ਗੁਰੂ ਕਿਰਪਾ ਕਰ ਦਵੇ, ਉਹਨਾਂ ਦੇ ਨੇਤਰਾਂ ਦੇ ਵਿੱਚ ਵੀ ਪ੍ਰਕਾਸ਼ ਹੀ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ। ਸਾਧ ਸੰਗੇਨ ਸਿਮਰੰਤ ਗੋਬਿੰਦ ਸਰਨ ਨਾਨਕ ਹਰਿ ਹਰਿ ਹਰੇ। ਹੁੰਦਾ ਤਾਂ ਹੈ ਭਾਈ ਜੇ ਸਾਧੂਆਂ ਦੀ ਸੰਗਤ ਕਰੇ, ਸਾਧੂਆਂ ਦੀ ਸੰਗਤ ਕਰਕੇ ਸਿਮਰੰਤ ਗੋਬਿੰਦ, ਸਿਮਰੰਤ ਭਾਵ ਸਿਮਰੇ ਗੋਬਿੰਦ ਵਾਹਿਗੁਰੂ, ਸਾਧੂਆਂ ਦੀ ਸੰਗਤ ਕਰਕੇ, ਸਾਧੂਆਂ ਦਾ ਸੰਗ ਕਰਕੇ ਗੋਬਿੰਦ ਵਾਹਿਗੁਰੂ ਦਾ ਸਿਮਰਨ ਕਰੇ, ਅਤੇ ਸਰਨ ਨਾਨਕ ਹਰਿ ਹਰਿ ਹਰੇ, ਸਾਧੂਆਂ ਦਾ ਸੰਗ ਕਰਕੇ ਗੋਬਿੰਦ ਪ੍ਰਮਾਤਮਾ ਵਾਹਿਗੁਰੂ ਨੂੰ ਸਿਮਰਨਤ ਕਰੇ, ਤੇ ਨਾਲ ਹੀ ਭਾਈ ਹਰ ਇੱਕ ਨੂੰ ਹਰ ਹਰੇ ਕਰਨ ਵਾਲੇ ਜੋ ਹਰੇ ਵਾਹਿਗੁਰੂ ਹੈ ਉਸ ਦੀ ਵੀ ਸ਼ਰਨ ਗ੍ਰਹਿਣ ਕਰੇ, ਨਿਰੰਕਾਰ ਦੀ ਵੀ ਸ਼ਰਨ ਗ੍ਰਹਿਣ ਕਰ ਲਵੇ ਨਾਲ। ਤਿਲਕ ਹੀਨੰ ਜਥਾ ਵਿਪਰਾ ਅਮਰ ਹੀਨੰ ਜਥਾ ਰਾਜਨ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੱਸਦੇ ਹੈ ਕਿ ਜੇ ਭਾਈ ਮਨੁੱਖ ਧਰਮ ਤੋਂ ਹੀਣਾ ਹੈ, ਗਰੀਬ ਨਵਾਜ ਕਹਿੰਦੇ ਉਹ ਭਾਵੇਂ ਕਿੰਨੇ ਵੀ ਕਰਮ ਧਰਮ ਕਰੀ ਜਾਵੇ, ਕਿੰਨੇ ਵੀ ਜਪ ਤਪ ਕਰੀ ਜਾਵੇ, ਧਰਮ ਤੋਂ ਹੀਣੇ ਪੁਰਸ਼ ਦੇ ਸਾਰੇ ਜਪ ਤਪ ਕੀਤੇ ਨਿਸਫਲ ਹਨ, ਨਿਰਫਲ ਹਨ। ਸੱਚੇ ਪਾਤਸ਼ਾਹ ਕਿਵੇਂ ਨਿਰਫਲ ਹੈ ਮਹਾਰਾਜ, ਤੁਸੀਂ ਸਾਨੂੰ ਦੱਸੋ। ਤਾਂ ਮਹਾਰਾਜ ਉਦਾਹਰਨਾਂ ਦੇ ਕੇ ਦੱਸਦੇ ਆ ਭਾਈ, ਜਿਵੇਂ ਕੋਈ ਬ੍ਰਾਹਮਣ ਹੋਵੇ ਅਤੇ ਵਿਪਰਾ ਨਾਮ ਹੁੰਦਾ ਬ੍ਰਾਹਮਣ ਦਾ, ਬ੍ਰਾਹਮਣ ਦਾ ਆਪਾਂ ਨੂੰ ਪਤਾ ਕਿੱਥੋਂ ਲੱਗਦਾ ਕਿ ਇਹ ਬ੍ਰਾਹਮਣ ਹੈ, ਕਿਉਂਕਿ ਉਹਨੇ ਤਿਲਕ ਲਾਇਆ ਹੁੰਦਾ ਮੱਥੇ ਤੇ, ਆਪਾਂ ਨੂੰ ਪਤਾ ਲੱਗ ਜਾਂਦਾ ਕਿ ਹਾਂ ਇਹ ਬ੍ਰਾਹਮਣ ਹੈ ਭਾਈ।
ਪਰ ਜੇ ਕਿਤੇ ਉਹ ਮੱਥੇ ਤੇ ਤਿਲਕ ਨਾ ਲਾਵੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤਿਲਕ ਤੋਂ ਹੀਣੇ ਬ੍ਰਾਹਮਣ ਦਾ ਭਾਈ ਉਹ ਹੀਣਾ ਜੇ ਹੋਵੇ ਤਾਂ ਉਹਦਾ ਜਿਹੜਾ ਬ੍ਰਾਹਮਣ ਪੁੰਨ ਸਫਲ ਹੁੰਦਾ, ਪਤਾ ਨਹੀਂ ਲੱਗਦਾ ਉਹ ਬ੍ਰਾਹਮਣ ਹੈ ਕਿ ਉਹ ਖੱਤਰੀ ਹੈ ਜਾਂ ਸੂਦ ਹੈ ਕਿ ਵੈਸ ਹੈ, ਪਤਾ ਨਹੀਂ ਹੁੰਦਾ। ਇਸ ਕਰਕੇ ਇਹ ਜੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਿਲਕ ਤੋਂ ਹੀਣੇ ਬ੍ਰਾਹਮਣ ਦਾ ਭਾਈ, ਜੇ ਕਿਤੇ ਤਿਲਕ ਨਹੀਂ ਲਾਇਆ ਤਾਂ ਉਹਦਾ ਬ੍ਰਾਹਮਣ ਪੁਣਾ ਨਹੀਂ, ਉਹਨੂੰ ਪਤਾ ਨਹੀਂ ਲੱਗਦਾ ਕਿਸੇ ਨੂੰ। ਜੇ ਕਿਤੇ ਰਾਜਨ ਹੈ, ਕੋਈ ਰਾਜਾ ਹੋਵੇ ਅਤੇ ਸਭ ਸੰਸਾਰ ਦੇ ਵਿੱਚ ਹੁਕਮ ਚੱਲਦਾ ਤਾਂ ਆਪਾਂ ਉਹਨਾਂ ਨੂੰ ਰਾਜਾ ਕਹਿੰਦੇ ਹਾਂ ਨਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜੇ ਕਿਤੇ ਰਾਜਾ ਅਮਰ ਤੋਂ ਹੀਣਾ ਹੈ, ਅਮਰ ਨਾਮ ਹੁਕਮ ਦਾ ਹੁੰਦਾ ਹੈ, ਹੁਕਮ ਤੋਂ ਹੀਣਾ ਹੈ ਤੇ ਉਹਨੂੰ ਰਾਜਾ ਕੌਣ ਮੰਨੇਗਾ? ਫਿਰ ਦੇਖਦੇ ਹਾਂ ਭਾਈ, ਸੰਸਾਰ ਦਾ ਜਿਹੜਾ ਰਾਜਾ ਹੁੰਦਾ ਹੈ ਉਹਦਾ ਸਾਰਾ ਹੀ ਸੰਸਾਰ ਹੁਕਮ ਮੰਨਦਾ ਹੁੰਦਾ, ਹੁਕਮ ਦੇ ਵਿੱਚ ਚੱਲਦੇ ਆ ਸੇਵਕ ਜਿੰਨੇ ਆ ਅਵਤਾਰ ਦੁਨੀਆ ਹੈ। ਤੇ ਜੇ ਕਿਤੇ ਰਾਜੇ ਦਾ ਕੋਈ ਹੁਕਮ ਨਾ ਮੰਨੇ ਤੇ ਆਪਾਂ ਕਹਿੰਦੇ ਹਾਂ ਕਿਹੜਾ ਰਾਜਾ ਹੋਏਗਾ, ਇਹਦਾ ਹੁਕਮ ਦਾ ਕੋਈ ਮੰਨਦਾ ਨਹੀਂ ਹੈ। ਉਹ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਭਾਈ ਰਾਜੇ ਦੀ ਨਿਸ਼ਾਨੀ ਹੁਕਮ ਹੈ ਤੇ ਵਿਪਰਾ ਜੋ ਬ੍ਰਾਹਮਣ ਦੀ ਨਿਸ਼ਾਨੀ ਉਸ ਦਾ ਤਿਲਕ ਹੁੰਦਾ ਹੈ। ਆਵਤ ਹੀਨੰ ਜਥਾ ਸੂਰਾ, ਨਾਨਕ ਧਰਮ ਹੀਨੰ ਤਥਾ ਵੈਸ਼ਨਵਹਿ। ਹੁਣ ਦੇਖੋ ਜਿਹੜਾ ਸੂਰਮਾ ਗੁਰਮੁਖੋ, ਸੂਰਮੇ ਦੇ ਕੋਲੇ ਜੇ ਸ਼ਸਤਰ ਨਾ ਹੋਣ ਨਾ ਤੇ ਆਪਾਂ ਉਹਨੂੰ ਸੂਰਮਾ ਨਹੀਂ ਮੰਨਦੇ। ਯੁੱਧ ਦੇ ਮੈਦਾਨ ਦੇ ਵਿੱਚ ਚਲਾ ਗਿਆ, ਯੁੱਧ ਦੇ ਮੈਦਾਨ ਦੇ ਵਿੱਚ ਜੇ ਗਿਆ ਹੈ ਤੇ ਜਾ ਕੇ ਫਿਰ ਸ਼ਸਤਰਾਂ ਦੇ ਨਾਲ ਹੀ ਜੰਗ ਲੜੇਗਾ ਨਾ। ਹੁਣ ਉੱਥੇ ਕਹੇ ਕਿ ਮੈਂ ਮੁੱਕੀਆਂ ਦੇ ਨਾਲ ਜਾਂ ਹੱਥਾਂ ਦੇ ਨਾਲ ਜੰਗ ਲੜ ਲਵਾਂਗਾ ਤੇ ਕਿੱਥੇ ਜੰਗ ਲੜਿਆ ਜਾਂਦਾ, ਅਗਲੇ ਗੁੱਟ ਲਾ ਕੇ ਪਾਸੇ ਮਾਰਨਗੇ, ਫਿਰ ਕਿਵੇਂ ਆਪਾਂ ਉਹਨੂੰ ਸੂਰਮਾ ਮੰਨਾਂਗੇ? ਸੂਰਮਾ ਤਾਂ ਉਹ ਹੁੰਦਾ ਹੈ ਜਿਹੜਾ ਗੁਰਸੰਗਤ ਜੀ ਜੋ ਜਿਹੜੇ ਸ਼ਸਤਰਾਂ ਦੇ ਸਮੇਤ ਹੋਵੇ, ਸ਼ਸਤਰਾਂ ਦੇ ਸਮੇਤ ਨੂੰ ਆਪਾਂ ਸੂਰਮਾ ਮੰਨਦੇ ਹਾਂ। ਉਹ ਜੇ ਸ਼ਸਤਰਾਂ ਦੇ ਸਮੇਤ ਨਹੀਂ ਹੈ, ਸ਼ਸਤਰ ਘਰੇ ਪਏ ਹੈ ਤੇ ਆਪਾਂ ਕਹਿੰਦੇ ਸੂਰਮਾ ਨਹੀਂ ਹੈ ਭਾਈ, ਸ਼ਸਤਰਾਂ ਤੋਂ ਹੀਣਾ ਹੈ। ਤਾਂ ਜਿਵੇਂ ਕੋਈ ਪੁਲਿਸ ਦੀ ਵਰਦੀ ਹੁੰਦੀ ਹੈ ਅਤੇ ਜੇ ਵਰਦੀ ਤੋਂ ਭਾਈ ਹੀਣਾ ਕੌਣ ਕੋਈ ਸਤਿਕਾਰ ਕਰਦਾ ਪੁਲਿਸ ਦਾ, ਤੇ ਜੇ ਕਿਤੇ ਵਰਦੀ ਪਾਈ ਹੈ ਤੇ ਫਿਰ ਸਾਰੇ ਡਰਦੇ ਹੈ ਇਹ ਤਾਂ ਪੁਲਿਸ ਵਾਲਾ ਐਵੇਂ ਇਹਨਾਂ ਦੇ ਨਾਲ ਕਿਉਂ ਝਗੜਾ ਕਰਾਂਗੇ, ਡਰ ਹੁੰਦਾ ਵਰਦੀ ਦਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਸੂਰਮੇ ਦੀ ਵੀ ਭਾਈ ਨਿਸ਼ਾਨੀ ਉਸ ਦੇ ਸ਼ਸਤਰ ਹੁੰਦੇ ਹੈ ਤੇ ਜੇ ਸ਼ਸਤਰਾਂ ਤੋਂ ਹੀਣਾ ਹੈ ਤਾਂ ਫਿਰ ਸੂਰਮਾ ਨਹੀਂ ਮੰਨਿਆ ਜਾਂਦਾ ਉਹਨੂੰ। ਨਾਨਕ ਧਰਮ ਹੀਨੰ ਤਥਾ ਵੈਸ਼ਨਵਹਿ। ਸੋ ਵੈਸ਼ਨੂ ਵੀ ਭਾਈ ਜੇ ਕਿਤੇ ਧਰਮ ਤੋਂ ਹੀਣਾ ਹੈ, ਇਸੇ ਤਰ੍ਹਾਂ ਜੇ ਕਿਤੇ ਜਿਵੇਂ ਤਿਲਕ ਤੋਂ ਹੀਣਾ ਵਿਪਰ ਹੋਵੇ ਉਹਨੂੰ ਪੰਡਤ ਨਹੀਂ ਮੰਨਿਆ ਜਾਂਦਾ, ਬ੍ਰਾਹਮਣ ਨਹੀਂ ਮੰਨਿਆ ਜਾਂਦਾ। ਸੋ ਦੂਸਰਾ ਹੁਕਮ ਤੋਂ ਬਿਨਾਂ ਜੇ ਰਾਜਾ ਹੋਵੇ ਉਹਨੂੰ ਰਾਜਾ ਨਹੀਂ ਮੰਨਿਆ ਜਾਂਦਾ। ਤੀਸਰਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਦੱਸਿਆ ਅਗਰ ਜੇ ਕਿਤੇ ਕੋਈ ਸੂਰਮਾ ਸ਼ਸਤਰਾਂ ਤੋਂ ਬਿਨਾਂ ਹੋਵੇ ਉਹਨੂੰ ਸੂਰਮਾ ਨਹੀਂ ਮੰਨਿਆ ਜਾਂਦਾ। ਤੇ ਜੇ ਭਾਈ ਕੋਈ ਵੀ ਵੈਸ਼ਨਵ ਹੈ ਭਾਵ ਮਨੁੱਖ ਹੋਵੇ, ਧਰਮ ਤੋਂ ਹੀਣਾ ਹੋਵੇ ਅਤੇ ਜਪ ਤਪ ਬਹੁਤ ਕਰਨ ਵਾਲਾ ਹੋਵੇ ਤੇ ਉਹਨੂੰ ਧਰਮੀ ਨਹੀਂ ਕੋਈ ਮੰਨਦਾ ਹੁੰਦਾ। ਤੇ ਦੇਖੋ ਗੁਰੂ ਮਹਾਰਾਜ ਜੀ ਨੇ ਸੱਚੇ ਪਾਤਸ਼ਾਹ ਨੇ ਸਾਨੂੰ ਚਿੰਨ੍ਹ ਦਿੱਤੇ ਹੈ, 5 ਕਕਾਰ ਦੇ ਦਿੱਤੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਭਾਈ ਮੇਰਾ ਸਿੱਖ 5 ਕਕਾਰੀਆ ਹੋਵੇਗਾ, 5 ਕਕਾਰ ਉਸ ਤਨ ਤੇ ਧਾਰਨ ਕਰੇਗਾ। ਤੇ ਜੇ ਕਿਰਪਾਨ ਆਪਾਂ ਘਰੇ ਲਾ ਕੇ ਰੱਖ ਜੀਏ, ਗੁਰਸੰਗਤ ਜੀ ਕਕਾਰ ਨਹੀਂ ਹੈ, ਬਾਕੀ ਦਸਤਾਰ ਵੀ ਸਜਾਈ ਹੈ, ਦਾੜਾ ਵੀ ਹੈਗਾ ਹੈ, ਪਰ ਉਹਨੂੰ ਸਿੱਖ ਤਾਂ ਹਰ ਇੱਕ ਕਹੇਗਾ ਕਿ ਹਾਂ ਭਾਈ ਚੱਲ ਸਿੱਖਾਂ ਦੇ ਘਰਾਂ ਦੇ ਵਿੱਚ ਜਨਮ ਲਿਆ ਹੈ, ਪਰ ਇਹਨੂੰ ਸਿੰਘ ਨਹੀਂ ਕੋਈ ਮੰਨੇਗਾ ਕਿ ਗੁਰੂ ਮਹਾਰਾਜ ਦਾ ਅੰਮ੍ਰਿਤ ਛਕਿਆ ਇਹਨੇ। ਇਸ ਕਰਕੇ ਜੇਕਰ ਕਕਾਰਾਂ ਤੋਂ ਹੀਣਾ ਹੈ, ਕਕਾਰ ਨਹੀਂ ਸਿੱਖ ਨੇ ਧਾਰਨ ਕੀਤੇ ਨਾ, ਤੇ ਇਹਨੂੰ ਕੋਈ ਗੁਰੂ ਵਾਲਾ ਨਹੀਂ ਮੰਨਦਾ ਹੁੰਦਾ। ਆਪਾਂ ਧੱਕੇ ਨਾਲ ਤਾਂ ਕਹਿ ਦਿੰਦੇ ਹਾਂ ਕਿ ਹਾਂ ਸਾਡਾ ਮਨ ਸੱਚਾ ਹੈ, ਸਾਡਾ ਅੰਦਰ ਸੱਚਾ ਹੈ, ਕਕਾਰ ਧਾਰਨ ਦੀ ਕੀ ਲੋੜ ਹੈ। ਇੱਥੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਦੱਸ ਦਿੱਤਾ, ਭਾਵੇਂ ਸੂਰਮਾ ਜੇ ਸ਼ਸਤਰਾਂ ਤੋਂ ਹੀਣਾ ਉਹਨੂੰ ਸੂਰਮਾ ਨਹੀਂ ਕੋਈ ਮੰਨਦਾ, ਰਾਜਾ ਹੁਕਮ ਤੋਂ ਹੀਣਾ ਤੇ ਉਹਨੂੰ ਕੋਈ ਰਾਜਾ ਨਹੀਂ ਮੰਨਦਾ, ਹੁਕਮ ਨਹੀਂ ਕੋਈ ਜੇ ਮੰਨਦਾ ਉਹਨੂੰ ਰਾਜਾ ਨਹੀਂ ਕੋਈ ਮੰਨਦਾ ਹੁੰਦਾ। ਕਹਿੰਦਾ ਰਾਜਾ ਤਾਂ ਹੁਕਮ ਹੀ ਨਹੀਂ ਚੱਲਦਾ ਕਿਤੇ। ਸੋ ਇਸ ਕਰਕੇ ਸਿੱਖ ਵੀ ਭਾਈ ਸ਼ਸਤਰਾਂ ਵਾਲਾ ਹੀ ਹੋਣਾ ਚਾਹੀਦਾ। ਮਹਾਰਾਜ ਨੇ 5 ਕਕਾਰੀਆ ਬਣਾਇਆ। ਸੱਚੇ ਪਾਤਸ਼ਾਹ ਮਹਾਰਾਜ ਨੇ ਕੇਸ ਦਾੜੇ ਵਾਲਾ ਸਿੱਖ ਨੂੰ ਬਣਾ ਦਿੱਤਾ। ਮਹਾਰਾਜ ਨੇ ਕਿਹਾ ਕਿ ਕੇਸ ਦਾੜੇ ਤੋਂ ਬਿਨਾਂ ਤਾਂ ਭਾਈ ਸ਼ਸਤਰਾਂ ਤੋਂ ਬਿਨਾਂ ਤਾਂ ਮੈਂ ਸਿੱਖ ਨੂੰ ਦਰਸ਼ਨ ਵੀ ਨਹੀਂ ਦਿੰਦਾ। ਸੋ ਇਸ ਕਰਕੇ ਮਹਾਰਾਜ ਦੀ ਭਾਈ ਮਰਿਆਦਾ ਦੇ ਵਿੱਚ ਰਹੀਏ। ਇਹ ਮਹਾਰਾਜ ਨੇ ਜੋ ਨਿਸ਼ਾਨੀਆਂ ਦਸੀਆਂ ਹਨ,
ਨਾ ਸ਼ੰਖੰ ਨਾ ਚੱਕਰੰ ਨਾ ਗਦਾ ਨਾ ਸਿਆਮੰ। ਸੋ ਨਿਰਗੁਣ ਸਰੂਪ ਦਾ ਹੁਣ ਬਿਆਨ ਕਰਦੇ ਆ ਕਿ ਨਿਰਗੁਣ ਸਰੂਪ ਕੈਸਾ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨਾ ਤਾਂ ਉਸ ਵਾਹਿਗੁਰੂ ਦੇ ਕੋਲੇ ਕੋਈ ਸੰਖ ਹੈ ਨਾ ਚੱਕਰ ਉਸਨੇ ਪਕੜਿਆ ਹੋਇਆ ਹੈ, ਨਾ ਹੀ ਗਦਾ ਪਕੜੀ ਹੋਈ ਹੈ, ਨਾ ਹੀ ਭਾਈ ਉਸਦਾ ਸਿਆਮ ਰੰਗ ਵੀ ਕੋਈ ਜਿਸ ਤਰ੍ਹਾਂ ਸਿਆਮ ਰੰਗ ਦਾ ਹੋਵੇ, ਨਾ ਹੀ ਉਸ ਵਾਹਿਗੁਰੂ ਦਾ ਕੋਈ ਰੰਗ ਹੈ। ਇਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਥਨ ਕਰਦੇ ਹੈ। ਗਰੀਬ ਨਵਾਜ ਕਹਿੰਦੇ ਭਾਈ ਚੱਕਰ ਚਿਹਨੇ ਅਰ ਵਰਨ ਜਾਤ ਅਰ ਪਾਤ ਨਹਿਨ ਦੇਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ ਅਜਾਬ ਮੂਰਤ ਅਨੁਭਵ ਪ੍ਰਕਾਸ਼ ਅੰਤੋਜ ਕਹਿਜੈ ਕੋਟ ਇੰਦਰਾਂ ਸਾਹਿ ਸਮਾਨ ਗੁੰਜੈ। ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੱਸਿਆ ਕਿ ਉਹ ਵਾਹਿਗੁਰੂ ਦਾ ਕੋਈ ਚੱਕਰ ਚਿਹਨ ਨਹੀਂ ਹੈ। ਨਿਰਗੁਣ ਸਰੂਪ ਚੱਕਰ ਚਿਹਨ ਤੋਂ ਬਾਹਰ ਹੈ, ਪਰ ਸਰਗੁਣ ਸਰੂਪ ਚੱਕਰ ਚਿਹਨ ਵਾਲਾ ਹੈ। ਉਹ ਗੁਰੂ ਨਾਨਕ ਦੇਵ ਮਹਾਰਾਜ ਦੇ ਸਰੂਪ ਦੇ ਵਿੱਚ ਵੀ ਆਏ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਰੂਪ ਦੇ ਵਿੱਚ ਆਏ, ਦਸਾਂ ਪਾਤਸ਼ਾਹੀਆਂ ਦੇ ਸਰੂਪ ਦੇ ਵਿੱਚ ਆਏ, ਪਹਿਲਾਂ ਅਵਤਾਰਾਂ ਦੇ ਸਰੂਪ ਦੇ ਵਿੱਚ ਸਰਗੁਣ ਸਰੂਪ ਆਇਆ। ਸੋ ਇਸ ਤਰ੍ਹਾਂ ਉਹ ਵਾਹਿਗੁਰੂ ਨਿਰਗੁਣ ਸਰੂਪ ਚੱਕਰ ਚਿਹਨ ਤੋਂ ਬਾਹਰੀ ਹੈ। ਅਸਚਰਜ ਰੂਪੰ ਰਹੰਤ ਜਨਮੰ। ਉਸ ਵਾਹਿਗੁਰੂ ਦਾ ਜਿਹੜਾ ਰੂਪ ਹੈ ਭਾਈ ਬੜਾ ਅਚਰਜ ਹੈ, ਭਾਵ ਉਸ ਦਾ ਰੂਪ ਕੋਈ ਬਿਆਨ ਨਹੀਂ ਕਰ ਸਕਦਾ, ਕਥਨ ਨਹੀਂ ਕਰ ਸਕਦਾ। ਗੁਰੂ ਮਹਾਰਾਜ ਸਮਰੱਥ ਹੈ, ਪਰ ਨਿਰਗੁਣ ਸਰੂਪ ਦਾ ਬਿਆਨ ਨਹੀਂ ਮਹਾਰਾਜ ਜੀ ਨੇ ਕੀਤਾ। ਮਹਾਰਾਜ ਨਿਰੰਕਾਰ ਦੀ ਮਰਿਆਦਾ ਨੂੰ ਨਹੀਂ ਭੰਗ ਕੀਤਾ। ਮੈਂ ਕਿਹਾ ਕਿ ਚੱਕਰ ਚਿਹਨ ਤੋਂ ਬਾਹਰ ਹੈ ਵਾਹਿਗੁਰੂ, ਕੋਈ ਬਿਆਨ ਨਹੀਂ ਕਰ ਸਕਦਾ। ਉਸ ਨੂੰ ਤਾਂ ਨੇਤ ਕਹੰਤ ਵੇਦਾ। ਸੋ ਭਾਈ ਸਾਰੇ ਨੇਤ ਤਾਂ ਕਹਿੰਦੇ ਹੈ, ਸਾਰੇ ਉਹ ਵਾਹਿਗੁਰੂ ਬੇਅੰਤ ਹੈ, ਵਾਹਿਗੁਰੂ ਬੇਅੰਤ ਹੈ, ਇਹ ਤਾਂ ਸਾਰੇ ਹੀ ਕਹਿੰਦੇ ਆ, ਵੇਦ ਕਤੇਬ ਸਾਰੇ ਹੀ ਕਹਿੰਦੇ ਆ ਭਾਈ, ਪਰ ਨਿਰੰਕਾਰ ਦਾ ਕੋਈ ਨਿਰਗੁਣ ਸਰੂਪ ਦਾ ਬਿਆਨ ਨਹੀਂ, ਨਾ ਹੀ ਅੱਜ ਤੱਕ ਕਿਤੇ ਹੋਇਆ। ਅੱਗੇ ਦੁਨੀਆ ਭਾਵੇਂ ਰਹੇ ਭਾਵੇਂ ਨਾ ਰਹੇ, ਪਰ ਨਿਰਗੁਣ ਸਰੂਪ ਦਾ ਕੋਈ ਬਿਆਨ ਨਹੀਂ ਕਰ ਸਕਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਨਿਰਗੁਣ ਸਰੂਪ ਹੈ ਉਹ ਰਹੰਤ ਜਨਮ ਤੋਂ ਰਹੰਤ ਰਹਿਤ ਹੈ ਭਾਈ। ਉਹ ਜਨਮ ਮਰਨ ਦੇ ਵਿੱਚ ਨਹੀਂ ਆਉਂਦਾ, ਨਾ ਹੀ ਕੋਈ ਜਾਂਦਾ ਹੈ, ਨਾ ਵਾਹਿਗੁਰੂ ਮਰਦਾ ਹੈ, ਨਾ ਹੀ ਉਸ ਦਾ ਕੋਈ ਪਿਤਾ ਹੈ ਤੇ ਨਾ ਹੀ ਉਸ ਦਾ ਕੋਈ ਮਾਤਾ ਹੈ। ਇਸ ਕਰਕੇ ਜਿਹੜੇ ਵੇਦ ਹਨ ਉਸ ਨੂੰ ਨੇਤ ਕਥੰਤ ਕਹਿੰਦੇ ਹਨ। ਨੇਤ ਵਾਹਿਗੁਰੂ ਤੂੰ ਬੇਅੰਤ ਹੈ ਮਹਾਰਾਜ, ਤੂੰ ਬੇਅੰਤ ਹੈ। ਊਚ ਮੂਚ ਅਪਾਰ ਗੋਬਿੰਦ ਹੈ, ਬਸੰਤ ਸਾਧ ਹਿਰਦਯੰ ਅਚੁੱਤ ਬੁਝੰਤ ਨਾਨਕ ਬੜ ਭਾਗੀ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਕਥਨ ਕਰਦੇ ਹੈ, ਜੋ ਅਪਾਰ ਪਾਰਾਵਾਰ ਤੋਂ ਰਹਿਤ ਗੋਬਿੰਦ ਹੈ ਵਾਹਿਗੁਰੂ ਹੈ। ਉਹ ਭਾਈ ਊਚ ਮੂਚ ਉੱਚਾ ਤੋਂ ਵੀ ਉੱਚਾ ਹੈ ਵਾਹਿਗੁਰੂ, ਭਾਵ ਉਸ ਦਾ ਕੋਈ ਊਚ ਅੰਤ ਨਹੀਂ ਕੋਈ ਪਾ ਸਕਦਾ। ਉੱਚਾ ਤੋਂ ਵੀ ਉੱਚਾ ਭਾਵ ਜਿਹੜੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵਰਗੇ ਜਿਹੜੇ ਅਵਤਾਰ ਹੋਏ ਹੈ, ਇਹਨਾਂ ਤੋਂ ਵੀ ਵਾਹਿਗੁਰੂ ਭਾਈ ਉੱਚਾ ਹੈ, ਉੱਚਿਆਂ ਤੋਂ ਵੀ ਜੋ ਉੱਚਾ ਹੈ। ਅਤੇ ਵਸਦਾ ਕਿੱਥੇ ਹੈ? ਦੇਖੋ ਗੁਰੂ ਅਰਜਨ ਦੇਵ ਮਹਾਰਾਜ ਨੇ ਸਪਸ਼ਟ ਕਹਿ ਦਿੱਤਾ ਕਿ ਬਸੰਤ ਸਾਧ ਹਿਰਦਿਅਮ ਨਾਮ ਹਿਰਦੇ ਦਾ ਹੁੰਦਾ ਹੈ। ਕਹਿੰਦੇ ਸਾਧੂਆਂ ਦੇ ਹਿਰਦਿਆਂ ਦੇ ਵਿੱਚ ਵਾਹਿਗੁਰੂ ਵਸ ਰਿਹਾ ਭਾਈ। ਜੇ ਲੱਭਣਾ ਹੈ ਨਾ, ਜੇ ਖੋਜਣਾ ਹੈ ਤਾਂ ਪਹਿਲਾਂ ਸਾਧੂ ਦਾ ਸੰਗ ਕਰ ਲੈ, ਸਾਧੂ ਦੇ ਜੋ ਨਿਰੰਕਾਰ ਦੇ ਪਿਆਰਿਆਂ ਦਾ ਸੰਗ ਕਰ ਲੈ, ਭਗਤਾਂ ਦਾ ਸੰਗ ਕਰ ਲੈ, ਉਹਨਾਂ ਦੇ ਹਿਰਦਿਆਂ ਦੇ ਵਿੱਚ ਵਾਹਿਗੁਰੂ ਵਸ ਰਿਹਾ। ਸੋ ਬਸੰਤ ਸਾਧ ਹਿਰਦਿਅਮ ਅਚੁੱਤ ਬੁਝੰਤ ਨਾਨਕ ਬੜ ਭਾਗੀ ਹੈ। ਜਿਹੜੇ ਵੱਡਿਆਂ ਭਾਗਾਂ ਵਾਲੇ ਹੈ ਨਾ, ਵੱਡ ਭਾਗੀ ਹੈ, ਵੱਡਿਆਂ ਭਾਗਾਂ ਵਾਲੇ ਜਿਹੜੇ ਮਨੁੱਖ ਹਨ, ਉਹ ਜੋ ਅਚੁੱਤ ਜੋ ਗਿਰੜ ਗੁਰਸੰਗਤ ਜੀ ਵਾਹਿਗੁਰੂ ਹੈ, ਅਚੁੱਤ ਜੋ ਅਸਥਿਰ ਵਾਹਿਗੁਰੂ ਹੈ, ਸਥਿਰ ਵਾਹਿਗੁਰੂ ਹੈ, ਭਾਵ ਜੋ ਨਾ ਚੱਲਣ ਵਾਲਾ। ਇਸੇ ਤਰ੍ਹਾਂ ਉਸ ਪਰਮਾਤਮਾ ਵਾਹਿਗੁਰੂ ਨੂੰ ਭਜੰਤ ਬੁੱਝ ਲੈਂਦੇ ਹੈ ਕਿ ਕੀ ਹੈ ਵਾਹਿਗੁਰੂ। ਹੁਣ ਇੱਕ ਆਪਣੇ ਮਨ ਦੇ ਵਿੱਚ ਸੰਸਾ ਰਹਿੰਦੀ ਹੈ ਨਾ ਕਿ ਆਪਾਂ ਸੁਣਿਆ ਤਾਂ ਹੈ ਪਰਮਾਤਮਾ ਕੀ ਹੈ, ਸੁਣ ਲਿਆ, ਪਰ ਜਾਣਨਾ ਬੜਾ ਔਖਾ ਹੈ ਭਾਈ, ਅੰਦਰ ਧਾਰਨ ਕਰਨਾ ਬੜਾ ਔਖਾ ਹੈ। ਕਥਾ ਸੁਣ ਲਈ ਕਿ ਪਰਮਾਤਮਾ ਬੇਅੰਤ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ, ਪਰ ਸੱਚਮੁੱਚ ਜਾਣਨਾ ਕਿ ਹਾਂ ਵਾਹਿਗੁਰੂ ਬੇਅੰਤ ਹੈ ਤੇ ਕਦੇ ਆਪਾਂ ਅੰਤ ਪਾਉਣ ਦੇ ਬਾਰੇ ਵੀ ਸੋਚਾਂਗੇ ਨਹੀਂ, ਫਿਰ ਕਦੇ ਅੰਤ ਹੀ ਨਹੀਂ ਪਾਉਣ ਦੇ ਬਾਰੇ ਸੋਚਾਂਗੇ ਕਿ ਵਾਹਿਗੁਰੂ ਤਾਂ ਭਾਈ ਬੇਅੰਤ ਹੈ। ਕੌਣ ਅੰਤ? ਵੱਡੇ ਵੱਡੇ ਅਵਤਾਰ ਰਿਸ਼ੀ ਮੁਨੀ ਆਏ, ਉਹ ਅੰਤ ਨਹੀਂ ਪਾ ਸਕੇ ਤੇ ਅਸੀਂ ਅੰਤ ਪਾਉਣ ਵਾਲੇ ਕੌਣ ਆ ਫਿਰ? ਇਸ ਕਰਕੇ ਫਿਰ ਉਹ
ਬੁਝੰਤ ਬੁੱਝ ਲੈਂਦੇ ਆ ਵਾਹਿਗੁਰੂ ਦੇ ਬਾਬਤ, ਨਿਰਗੁਣ ਸਰੂਪ ਦੇ ਬਾਬਤ। ਉਦਿਆਨ ਬਸਨੰ ਸੰਸਾਰੰ ਸਣਬੰਦੀ ਸੁਆਨ ਸਿਆਲ ਖਰਹਿ। ਸੰਸਾਰ ਦੀ ਬਾਬਤ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਦੱਸੋ। ਕ੍ਰਿਸ਼ਨ ਲਾਲ ਹਰੀ ਲਾਲ ਬੇਨਤੀ ਕਰ ਰਹੇ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੇਨਤੀ ਨੂੰ ਸਵੀਕਾਰ ਕਰਕੇ ਭਾਈ ਹੁਣ ਸੰਸਾਰ ਦੀ ਬਾਬਤ ਦੱਸਦੇ ਹੈ ਕਿ ਸੰਸਾਰ ਦੇ ਵਿੱਚ, ਦੁਨੀਆ ਦੇ ਵਿੱਚ ਜਿਹੜੇ ਸੰਬੰਧੀ ਹੁੰਦੇ ਹੈ, ਜਿਹੜੇ ਗੁਰ ਸੰਗਤ ਜੀ ਕਪਟੀ ਸੰਬੰਧੀ ਹੁੰਦੇ ਹੈ, ਜਿਹੜੇ ਛਲ ਕਰਨ ਵਾਲੇ ਸੰਬੰਧੀ ਹੁੰਦੇ ਹੈ, ਜਿਹੜੇ ਆਪਣੇ ਪਰਿਵਾਰ ਨੂੰ ਧਨ ਦੌਲਤ ਮਾਇਆ ਦੇ ਨਾਲ ਘਰ ਭਰਨ ਵਾਲੇ ਸੰਬੰਧੀ ਹੁੰਦੇ ਆ, ਪਰਿਵਾਰ ਨੂੰ ਮਾਇਆ ਦੇ ਨਾਲ ਭਰਨ ਵਾਲੇ ਸੰਬੰਧੀ ਹੁੰਦੇ ਆ, ਭਾਵੇਂ ਪਿਤਾ ਹੈ, ਭਾਵੇਂ ਭਰਾ ਹੈ ਤੇ ਭਾਵੇਂ ਗੁਰਸੰਗਤ ਜੀ ਹੋਰ ਕੋਈ ਰਿਸ਼ਤੇਦਾਰ ਹੈ। ਉਹਨਾਂ ਦੀ ਬਾਬਤ ਸੱਚੇ ਪਾਤਸ਼ਾਹ ਮਹਾਰਾਜ ਕਥਨ ਕਰਦੇ ਹੈ, ਕਹਿੰਦੇ ਇਹ ਹੈ ਸੰਸਾਰ ਹੈ ਨਾ ਜਿਹੜਾ ਉਦਿਆਨ ਵਸਨੰ ਸੰਸਾਰੰ, ਜਿਹੜਾ ਸੰਸਾਰ ਦੇ ਵਿੱਚ ਵਸਣਾ ਹੈ ਇਹ ਤਾਂ ਭਾਈ ਉਜੜੇ ਜੰਗਲ ਦੇ ਵਾਂਗ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਦਿਆਨ, ਉਦਿਆਨ ਨਾਮ ਜਿਹੜਾ ਉਜੜਿਆ ਜੰਗਲ ਹੋਵੇ, ਜਿੱਥੇ ਕੋਈ ਜਾਂਦਾ ਹੀ ਨਾ ਹੋਵੇ, ਇਹ ਤਾਂ ਐਸਾ ਜੰਗਲ ਹੈ। ਉਹ ਦੱਸਦੇ ਹੈ ਕਿ ਜਿਹੜੇ ਪੁਰਸ਼ ਗੁਰਸੰਗਤ ਜੀ ਮਾਇਆਧਾਰੀ ਬਣ ਜਾਂਦੇ ਹੈ, ਲੋਭੀ ਬਣ ਜਾਂਦੇ ਹੈ, ਲੋਭ ਦੇ ਕਰਕੇ ਫਿਰ ਆਪਣੇ ਰਿਸ਼ਤੇਦਾਰਾਂ ਨੂੰ, ਪਰਿਵਾਰਾਂ ਨੂੰ ਲੁੱਟਣ ਦੇ ਵਿੱਚ ਲੱਗ ਜਾਂਦੇ ਆ। ਮਹਾਰਾਜ ਕਹਿੰਦੇ ਉਹ ਸੰਬੰਧੀ ਐਸੇ ਹੈ ਜਿਵੇਂ ਸਵਾਨ ਹੁੰਦਾ ਨਾ ਕੁੱਤਾ, ਸਵਾਨ ਕੁੱਤੇ ਦੀ ਨਿਆਈ ਹੈ। ਲੋਭੀ ਪੁਰਸ਼, ਉਹਨੂੰ ਲੋਭ ਹੋ ਜਾਵੇ, ਹਲਕਾ ਕੁੱਤਾ ਹੁੰਦਾ ਭਾਈ, ਹਲਕਾ ਕੁੱਤਾ ਵੜਦਾ ਹੀ ਰਹਿੰਦਾ ਹੈ। ਸਤ ਸੰਗਤ ਤੋਂ ਜਿਵੇਂ ਮਨੁੱਖ ਡਰਦਾ ਹੈ, ਇਸੇ ਤਰ੍ਹਾਂ ਹਲਕਾ ਕੁੱਤਾ ਪਾਣੀ ਤੋਂ ਡਰਦਾ ਹੈ। ਉਹ ਇਸ ਦੀਆਂ 5-6 ਨਿਸ਼ਾਨੀਆਂ ਵੀ ਦਸੀਆਂ ਨੇ, ਲੋਭ ਦੀਆਂ ਤੇ ਹਲਕੇ ਕੁੱਤੇ ਦੀਆਂ। ਸੋ ਇਸ ਤਰ੍ਹਾਂ ਹਲਕੇ ਕੁੱਤੇ ਦੇ ਵਾਂਗ ਉਸ ਦੀ ਨਿਸ਼ਾਨੀ ਹੁੰਦੀ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇੱਕ ਤਾਂ ਉਹਦੀ ਨਿਸ਼ਾਨੀ ਹੈ ਸੰਬੰਧੀ ਦੀ, ਜਿਹੜਾ ਲੋਭੀ ਹੈ ਉਹ ਕੁੱਤੇ ਦੇ ਵਾਂਗ ਹੁੰਦਾ ਹੈ। ਫਿਰ ਭਾਈ ਜਿਹੜਾ ਸੋ ਮਾਇਆਧਾਰੀ ਪੁਰਸ਼ ਹੁੰਦੇ ਹੈ ਉਹ ਇੱਕ ਸਿਆਲ ਦੇ ਵਾਂਗ ਹੁੰਦੇ ਹੈ। ਸਿਆਲ ਨਾਮ ਹੁੰਦਾ ਗਿੱਦੜ ਦਾ, ਸੋ ਗਿੱਦੜਾਂ ਦੇ ਵਾਂਗ ਹੁੰਦੇ ਹੈ। ਖਰਹ ਨਾਮ ਹੁੰਦਾ ਖੋਤੇ ਦਾ, ਜਿਹੜੇ ਪਰਿਵਾਰ ਦੇ ਵਿੱਚ ਮਾਇਆ ਭਰਨ ਦੇ ਵਾਸਤੇ ਹੀ ਲੱਗੇ ਰਹਿੰਦੇ ਹੈ। ਅੱਜ ਇੰਨੀ ਮਾਇਆ ਇਕੱਠੀ ਕਰ ਲਈਏ, ਅੱਜ ਇੰਨੀ ਮਾਇਆ ਇਕੱਠੀ ਕਰ ਲਈਏ, ਪੁੱਤਰਾਂ ਨੂੰ ਧੀਆਂ ਨੂੰ ਖੁਸ਼ ਕਰ ਲਈਏ। ਮਹਾਰਾਜ ਕਹਿੰਦੇ ਉਹ ਤਾਂ ਖੋਤੇ ਵਾਂਗ ਹੁੰਦੇ ਆ, ਜਿਵੇਂ ਖੋਤਾ ਭਾਰ ਢੋਣ ਤੇ ਮਨੁੱਖਾਂ ਨੇ ਰੱਖਿਆ ਹੁੰਦਾ ਹੈ। ਇਹ ਮਨੁੱਖ ਦੀ ਹਾਲਤ ਹੈ, ਪਰਿਵਾਰ ਨੇ ਇਸ ਨੂੰ ਭਾਰ, ਮਾਇਆ ਦਾ ਭਾਰ ਢੋਣ ਵਾਸਤੇ ਰੱਖਿਆ ਹੋਇਆ ਹੈ। ਬਿਖਮ ਸਥਾਨ ਮਨ ਮੋਹ ਮਦਰੰ ਮਹਾ ਅਸਾਦ ਪੰਚ ਤਸਕਰ ਹੈ। ਗੁਰਸੰਗਤ ਜੀ ਸੰਸਾਰ ਮਹਾਰਾਜ ਕਹਿੰਦੇ ਭਾਈ ਇਹ ਬੜਾ ਬਿਖਮ ਹੈ, ਬੜਾ ਕਠਿਨ ਹੈ, ਇਸ ਤੋਂ ਲੰਘਣਾ ਕੋਈ ਲੰਘ ਨਹੀਂ ਸਕਦਾ। ਕਿਉਂਕਿ ਇਸ ਸੰਸਾਰ ਦੇ ਵਿੱਚ ਸਾਡੇ ਮਨ ਨੂੰ ਮੋਹ ਰੂਪੀ ਮਦਰੰਗ ਭਾਵ ਸ਼ਰਾਬ ਲੱਗੀ ਹੋਈ ਹੈ। ਮਦਰੰਗ, ਇਹਨੂੰ ਪਾਠ ਵੀ ਕਸ ਕੇ ਕਰਨਾ ਹੈ, ਮਦਰੰਗ ਪਾਠ ਨਹੀਂ ਕਰਨਾ। ਮਦਰੰਗ ਭਾਵ ਜੋ ਸ਼ਰਾਬ, ਮੋਹ ਰੂਪੀ ਸਾਨੂੰ ਸ਼ਰਾਬ ਲੱਗੀ ਹੋਈ ਹੈ। ਤੇ ਜਿਹੜੇ ਪੰਜ ਤਸਕਰ ਹੈ, ਤਸਕਰ ਹੈ ਨਾਮ ਚੋਰ ਦਾ ਹੁੰਦਾ ਹੈ, ਚੋਰ ਲੱਗੇ ਹੋਏ ਹੈ। ਇਸ ਦੇਹੀ ਅੰਦਰ ਪੰਜ ਚੋਰ ਵਸ ਹੈ। ਮਹਾਰਾਜ ਕਹਿੰਦੇ ਇਹਨਾਂ ਦੇਹੀ ਦੇ ਅੰਦਰ ਨਾ, ਸਾਡੇ ਸਰੀਰ ਦੇ ਅੰਦਰ ਪੰਜ ਚੋਰ ਵਸ ਰਹੇ ਹੈ। ਅੰਮ੍ਰਿਤ ਲੁੱਟਾ ਹੈ, ਸੋ ਸੱਚੇ ਪਾਤਸ਼ਾਹ ਕਹਿੰਦੇ ਅੰਮ੍ਰਿਤ ਨੂੰ ਲੁੱਟ ਰਹੇ ਹੈ। ਸੋ ਸਾਰਾ ਬਾਣੀ ਦੇ ਵਿੱਚ ਦੱਸਿਆ ਹੋਇਆ ਹੈ। ਇਸ ਕਰਕੇ ਇਹ ਪੰਜ ਤਸਕਰ ਚੋਰ ਮਹਾ ਅਸਾਧ ਹਨ। ਅਸਾਧ ਨਾਮ ਹੁੰਦਾ ਜਿਹੜਾ ਨਾਂ ਸਾਧਿਆ ਜਾਣ ਵਾਲਾ, ਜਿਹੜਾ ਨਾਂ ਜਿੱਤਿਆ ਜਾਣ ਵਾਲਾ। ਕਿ ਐਸੇ ਇਹ ਪੰਜ ਤਸਕਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਹੰਕਾਰ ਇਹ ਬੜੇ ਅਸਾਧ ਨੇ, ਜਿੱਤੇ ਨਹੀਂ ਜਾਂਦੇ। ਅਤੇ ਇਸ ਦੇਹੀ ਦੇ ਅੰਦਰ ਮੋਹ ਰੂਪੀ ਭਾਈ ਸ਼ਰਾਬ ਵੀ ਬੜੀ ਹੋਈ ਹੈ। ਹੀਤ ਮੋਹ ਪੈ ਭਰਮ ਭ੍ਰਮਣੰ ਅਹੰ ਫਾਸ ਤਿਖਿਅਨ ਕਠਨ ਹੈ। ਗੁਰਸੰਗਤ ਜੀ ਇਹ ਜੀਵ ਪਰਿਵਾਰ ਦੇ ਨਾ ਹੀਤ ਮੋਹ ਭਾਵ ਹੀਤ, ਹੀਤ ਨਾਮ ਹੁੰਦਾ ਹਿੱਤ ਦੇ ਵਾਸਤੇ, ਮੋਹ ਦੇ ਵਿੱਚ ਭਾਵ ਮੁਰਸ਼ਦ ਹੋਇਆ ਪਿਆ ਹੈ। ਜਿਵੇਂ ਆਪਾਂ ਕਹਿ ਲਈਏ ਕਿ ਜਿਵੇਂ ਡਿੱਗ ਜਾਂਦਾ ਨਾ, ਬੇਹੋਸ਼ ਜਾ ਹੋ ਜਾਂਦਾ ਹੈ, ਬੇਹੋਸ਼ ਜਾ ਹੋਇਆ ਪਿਆ ਪਰਿਵਾਰ ਦੇ ਮੋਹ ਦੇ ਵਿੱਚ। ਅਤੇ ਇਹਨੂੰ ਕਾਲ ਦਾ ਵੀ ਭੈ ਡਰ ਹੈ, ਕਾਲ ਦਾ ਵੀ ਭੈ, ਭਰਮ ਦੇ ਵਿੱਚ ਪਿਆ ਹੋਇਆ। ਸਰੂਪ ਦਾ ਆਪਣੇ ਦਾ ਭਰਮ ਨਹੀਂ ਹੈ ਇਹਨੂੰ ਕਿ ਮੇਰਾ ਸਰੂਪ ਹੈ ਕੀ ਹੈ, ਇਹ ਸਤ ਹੈ ਜਾਂ ਚਿੱਤ ਹੈ, ਆਨੰਦ ਸਰੂਪ ਕੀ ਹੈ, ਮੇਰਾ ਆਤਮਾ ਕੀ ਹੈ, ਮੇਰਾ
ਜਿਹੜਾ ਸਰੀਰ ਕੀ ਹੈ, ਇਹਨੂੰ ਸਰੂਪ ਦਾ ਹੀ ਨਹੀਂ ਪਤਾ ਹਜੇ ਤੱਕ। ਭਰਮ ਪਿਆ ਹੋਇਆ, ਆਪਣੇ ਸਰੀਰ ਦਾ ਭਰਮ ਪਿਆ ਹੋਇਆ। ਇਹ ਜਾਣਦਾ ਕਿ ਮੇਰਾ ਸਰੀਰ ਤਾਂ ਸਥਿਰ ਹੈ, ਇਹਨੇ ਕਿਤੇ ਨਹੀਂ ਜਾਣਾ, ਟਿਕਿਆ ਹੋਇਆ। ਆਪਾਂ ਸੋਚਦੇ ਹਾਂ ਕਿ ਮਰਨਾ, ਭੁੱਲਿਆ ਹੋਇਆ ਭਾਈ। ਮਹਾਰਾਜ ਕਹਿੰਦੇ ਸਭ ਕੁਝ ਯਾਦ ਹੈ ਨਾ, ਖਾਣਾ ਪੀਣਾ, ਹੱਸਣਾ ਸੌਣਾ, ਇਹ ਕਿਤੇ ਬੋਲਿਆ ਥੋੜੀ ਨਾ ਜਾਂਦਾ ਕਿ ਖਾਓ। ਉਹ ਆਪਾਂ ਨੂੰ ਸੁਤੇ ਸਿੱਧੀ ਖਾਣਾ ਆ ਜਾਂਦਾ ਹੈ, ਪੀਣਾ ਵੀ ਸੁਤੇ ਸਿੱਧੀ ਆ ਜਾਂਦਾ ਹੈ, ਸੌਣਾ ਵੀ ਸੁਤੇ ਸਿੱਧੀ ਆ ਜਾਂਦਾ ਹੈ। ਬਸ ਦੋ ਚੀਜ਼ਾਂ ਭੁੱਲ ਜਾਂਦੀਆਂ ਨੇ। ਕਿਹੜੀਆਂ ਕਿਹੜੀਆਂ? ਮਹਾਰਾਜ ਜੀ ਕਹਿੰਦੇ ਖਾਣਾ ਪੀਣਾ, ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਮਰਨਾ ਮਨੁੱਖ ਭੁੱਲ ਜਾਂਦਾ ਕਿ ਮਰਨਾ ਕੀ ਹੈ, ਕਦੋਂ ਮਰਨਾ, ਮੈਂ ਕਿਹੜਾ ਮਰਨਾ, ਇਹੀ ਸੋਚ ਲੈਂਦਾ ਹੈ। ਦੂਸਰਾ ਭੁੱਲ ਜਾਂਦਾ ਕਿ ਖਸਮ ਵਿਸਾਰ, ਵਿਸਾਰ ਦਿੰਦਾ ਖਸਮ ਨੂੰ। ਮਹਾਰਾਜ ਕਹਿੰਦੇ ਖੁਆਰੀ ਕੀਨੀ, ਖੁਆਰ ਕਰ ਲਿਆ ਭਾਈ ਇਹ ਸਰੀਰ ਨੂੰ ਤੂੰ। ਧਰਿਕ ਜੀਵਨ ਨਹੀਂ ਰਹਿਣਾ, ਇਹ ਜੀਵਨ ਨੇ ਨਹੀਂ ਰਹਿਣਾ। ਐਸੇ ਜੀਵਨ ਨੂੰ ਧਰਕਾਰ ਹੈ, ਧਰਕਾਰ ਜੋਗ ਹੈ ਤੇਰਾ ਸਰੀਰ। ਜੇ ਤੂੰ ਨਾਮ ਨਹੀਂ ਜਪਦਾ, ਤੂੰ ਵਿਸਰਿਆ ਹੋਇਆ ਨਾਮ, ਭੁਲਾਇਆ ਹੋਇਆ ਤੂੰ ਨਾਮ। ਇਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਥਨ ਕਰਦੇ ਹੈ ਕਿ ਇਹ ਪਰਿਵਾਰ ਦੇ ਮੋਹ ਦੇ ਵਿੱਚ ਲੱਗਿਆ ਹੋਇਆ ਹੈ, ਪਰਿਵਾਰ ਦੇ ਮੋਹ ਦੇ ਵਿੱਚ ਬੇਹੋਸ਼ ਹੋਇਆ ਪਿਆ ਹੈ। ਇਹਨੂੰ ਮੌਤ ਦਾ ਡਰ ਲੱਗਿਆ ਹੋਇਆ ਕਿ ਪਤਾ ਨਹੀਂ ਕਦੋਂ ਮੌਤ ਆ ਜਾਣੀ ਹੈ। ਭਰਮ ਸਰੀਰ ਦਾ ਪਿਆ ਹੋਇਆ, ਭਰਮਣੰ, ਭਰਮ ਦੇ ਵਿੱਚ ਹੀ ਭਰਮਣੰ ਭਰਮਿਆ ਫਿਰਦਾ ਹੈ ਭਾਈ। ਫਿਰ ਅਹੰ ਫਾਂਸ ਤੀਖਿਆਨ ਕਠਨ ਹੈ। ਗੁਰ ਸੰਗਤ ਜੀ ਜੋ ਹੰਕਾਰ ਰੂਪੀ ਬਹੁਤ ਤਿੱਖੀ, ਇਸ ਨੂੰ ਕਠਨ ਹੈ, ਕਠਨ ਫਾਂਸ ਫਾਹੀ ਲੱਗੀ ਹੋਈ ਹੈ। ਪਾਵਕ ਤੋ ਅਸਾਧ ਕੋਰੰ, ਅਗਮ ਤੀਰ ਨਹਿ ਲੰਘਣ ਹੈ। ਉਸ ਤੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜੇ ਭਾਈ ਪਾਵਕ ਤ੍ਰਿਸ਼ਨਾ ਰੂਪੀ ਇਹਦੇ ਸਰੀਰ ਦੇ ਅੰਦਰ ਪਾਵਕ ਅੱਗ ਬਲ ਰਹੀ ਹੈ। ਤੋ ਘੋਰੰ, ਤੋ ਨਾਮ ਹੁੰਦਾ ਪਾਣੀ ਦਾ, ਘੋਰੰ ਨਾਮ ਬਹੁਤ ਪਾਪ ਪਦਾਰਥਾਂ ਰੂਪੀ ਇਹਦੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਪਾਣੀ ਹੈ। ਪਦਾਰਥਾਂ ਦਾ ਜਿਹੜਾ ਪਾਣੀ ਬਹੁਤ ਜ਼ਿਆਦਾ ਹੈ। ਫਿਰ ਮਹਾਰਾਜ ਕਹਿੰਦੇ ਅਸਾਧ, ਜਿਹੜਾ ਗੁਰਸੰਗਤ ਜੀ ਤ੍ਰਿਸ਼ਨਾ ਹੋ ਗਿਆ। ਇਸੇ ਤਰ੍ਹਾਂ ਗੁਰੂ ਮਹਾਰਾਜ ਨੇ ਦੱਸਿਆ ਕਿ ਸਾਡੇ ਅੰਦਰ ਤ੍ਰਿਸ਼ਨਾ ਰੂਪੀ ਅੱਗ ਬਲਦੀ ਹੈ। ਸੋ ਪਾਣੀ ਰੂਪੀ ਪਦਾਰਥਾਂ ਦਾ ਜਿਹੜਾ ਇਕੱਠੇ ਕਰਨਾ, ਇਹ ਮਨੁੱਖ ਦੇ ਅੰਦਰ ਬਹੁਤ ਜ਼ਿਆਦਾ ਜਿਹੜਾ ਤੋ ਪਾਣੀ ਵਗ ਰਿਹਾ ਹੈ। ਜਿਹੜਾ ਨਾ ਸਾਧਿਆ ਜਾਣ ਵਾਲਾ ਹੰਕਾਰ ਹੁੰਦਾ ਹੈ, ਇਹ ਹੰਕਾਰ ਇਹਦੇ ਸਰੀਰ ਦੇ ਵਿੱਚ ਬਹੁਤ ਹੈ। ਫਿਰ ਕੀ ਹੁੰਦਾ ਹੈ? ਅਗਮ ਤੀਰ ਨਹਿ ਲੰਘਣ ਹੈ, ਤੀਰ ਕਿਨਾਰਾ ਨਹੀਂ ਪਾ ਸਕਦਾ। ਕਿਹੜਾ ਕਿਨਾਰਾ? ਮੁਕਤੀ ਰੂਪੀ ਕਿਨਾਰਾ ਇਸ ਨੂੰ ਭਾਈ ਨਹੀਂ ਮਿਲ ਰਿਹਾ। ਭਜ ਸਾਧ ਸੰਗ ਗੋਪਾਲ ਨਾਨਕ, ਹਰ ਚਰਨ ਸਰਨ ਉਦਰਣ ਕਿਰਪਾ। ਮਹਾਰਾਜ ਕਹਿੰਦੇ ਇਹਨਾਂ ਤੋਂ ਬਚਣ ਦੇ ਵਾਸਤੇ ਨਾ ਭਾਈ ਤੂੰ ਭਜ ਸਾਧ ਸੰਗ ਗੋਪਾਲ ਨਾਨਕ। ਸਾਧ ਸੰਗਤ ਦੇ ਵਿੱਚ ਆ ਕੇ ਗੋਪਾਲ ਪ੍ਰਿਥਵੀ ਦੇ ਪਾਲਕ ਵਾਹਿਗੁਰੂ ਨੂੰ ਤੂੰ ਭਜਨਾ ਕਰ, ਸਿਮਰਨ ਕਰ ਲੈ। ਅਤੇ ਹਰ ਹਰੀ ਪ੍ਰਮਾਤਮਾ ਦੀ ਜੋ ਚਰਨ ਸ਼ਰਨ ਹੈ ਉਸ ਨੂੰ ਤੂੰ ਲੈਣਾ ਕਰ। ਗੁਰੂ ਦੀ ਕਿਰਪਾ ਹੋਣੇ ਕਰਕੇ ਤੂੰ ਸੰਸਾਰ ਸਮੁੰਦਰ ਤੋਂ ਉਤਰਨ ਭਾਵ ਤਰ ਜਾਏਗਾ। ਕਿਰਪਾ ਕਰੰਤ ਗੋਬਿੰਦ ਗੋਪਾਲ ਹੈ, ਸਗਲਿਅੰ ਰੋਗ ਖੰਡਨ ਹੈ। ਜਦੋਂ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ ਭਾਈ, ਫਿਰ ਮਹਾਰਾਜ ਕਹਿੰਦੇ ਜਦੋਂ ਕਿਰਪਾ ਕਰੰਤ ਗੋਬਿੰਦ ਗੋਪਾਲ ਹੈ। ਗੋਬਿੰਦ ਵਾਹਿਗੁਰੂ, ਗੋਪਾਲ ਹੈ ਪ੍ਰਿਥਵੀ ਦਾ ਪਾਲਕ ਵਾਹਿਗੁਰੂ ਹੈ। ਜੋ ਉਹ ਕਿਰਪਾ ਕਰੰਤ, ਕਿਰਪਾ ਜਦੋਂ ਕਰਦਾ ਹੈ, ਜਿੰਨੇ ਵੀ ਆਦਿ ਵਿਆਧੀ ਉਪਾਧੀ ਰੋਗ ਹਨ ਨਾ, ਸਾਰੇ ਰੋਗ ਖੰਡਨ ਕਰ ਦਿੰਦਾ ਅੰਦਰੋਂ ਵਾਹਿਗੁਰੂ। ਜੋ ਅਗਿਆਨਤਾ ਦਾ ਸਾਨੂੰ ਰੋਗ ਲੱਗਿਆ ਹੋਇਆ ਹੈ, ਜੋ ਸਾਨੂੰ ਵਿਕਾਰਾਂ ਦਾ ਭਾਰੀ ਰੋਗ ਲੱਗਿਆ ਹੋਇਆ, ਮੋਹ ਰੂਪੀ ਰੋਗ ਲੱਗਿਆ ਹੋਇਆ ਹੈ, ਇਹਨਾਂ ਰੋਗਾਂ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅੰਗਦ ਦੇਵ ਮਹਾਰਾਜ ਆਦਿ ਗੁਰੂ ਦੀ ਸੰਗਤ ਕਰਨ ਦੇ ਨਾਲ ਸਾਰੇ ਵਾਹਿਗੁਰੂ ਫਿਰ ਕਿਰਪਾ ਕਰ ਦਿੰਦੇ ਆ ਭਾਈ। ਖੰਡਨ ਹੈ, ਰੋਗ ਨਾਸ ਹੋ ਜਾਂਦੇ ਐ। ਸਾਧ ਸੰਗੇਨ ਗੁਣ ਰਮਤ ਨਾਨਕ, ਸਰਨ ਪੂਰਨ ਪਰਮੇਸ਼ਰ ਹੈ। ਅਤੇ ਪਹਿਲਾਂ ਤਾਂ ਸਾਧੂਆਂ ਦੀ ਸੰਗਤ ਕਰ। ਸਾਧ ਸੰਗੇਨ ਨਾਮ ਸੰਗਤ ਕਰਨ ਦਾ, ਸੰਗ ਕਰਨ ਦਾ ਹੁੰਦਾ ਹੈ। ਇਹਨਾਂ ਦਾ ਪੂਰਨ ਸਾਧੂ ਹੈ ਜਿਨ੍ਹਾਂ ਗੁਰਸੰਗਤ ਜੀ, ਜਿਨ੍ਹਾਂ ਨੂੰ ਨਾਮ ਨਹੀਂ ਵਿਸਰਦਾ, ਜਿਹੜੇ ਰੋਮ ਰੋਮ ਹਰ ਧਿਆਵੈ ਹਰੀ ਨੂੰ, ਵਾਹਿਗੁਰੂ ਨੂੰ ਰੋਮ ਰੋਮ ਕਰਕੇ ਧਿਆਉਂਦੇ ਆ ਨਾ, ਰੋਮ ਰੋਮ ਦੇ ਨਾਲ ਧਿਆਉਂਦੇ ਆ, ਉਹਨਾਂ ਦਾ ਮਹਾਰਾਜ ਕਹਿੰਦੇ ਤੂੰ ਸੰਗ ਕਰ ਲੈ। ਸਾਧ ਸੰਗੇਨ ਗੁਣ ਰਮਤ, ਰਮਤ ਨਾਮ ਆਪਣੇ ਮੁਖ ਤੋਂ
ਰਸਨਾ ਦੇ ਨਾਲ ਉਚਾਰਨ ਕਰਨਾ, ਵਾਹਿਗੁਰੂ ਜੀਭਾ ਦੇ ਨਾਲ ਉਚਾਰਨ ਕਰਨਾ, ਉਸ ਦੇ ਗੁਣਾਂ ਨੂੰ ਤੂੰ ਉਚਾਰਨ ਕਰ। ਮਹਾਰਾਜ ਕਹਿੰਦੇ ਨਾਨਕ ਸਰਨ ਪੂਰਨ ਪਰਮੇਸ਼ਰ ਹੈ, ਜੋ ਪਰਮ ਈਸ਼ਰ ਪੂਰਨ ਵਿਆਪਕ ਹੋਇਆ, ਉਸ ਦੀ ਭਾਈ ਤੂੰ ਸ਼ਰਨ ਗ੍ਰਹਿਣ ਕਰ। ਸਾਧੂਆਂ ਦੀ ਸੰਗਤ ਕਰਕੇ ਪੂਰਨ ਸਤਿਗੁਰੂ ਦੀ ਸ਼ਰਨ ਲੈ ਲੈ। ਸਿਆਮਲੰ ਮਦਰ ਮਾਨੁਖਯੰ ਹਿਰਦਯੰ ਭੂਮ ਵੈਰਨ ਹੈ। ਹੁਣ ਜਿਹੜੇ ਮਨ ਦੇ ਖੋਟੇ ਮਨੁੱਖ ਹੁੰਦੇ ਆ, ਕੋੜੇ ਮਨੁੱਖ ਹੁੰਦੇ ਆ ਭਾਈ, ਉਹਨਾਂ ਦੀ ਬਾਬਤ ਗੁਰੂ ਅਰਜਨ ਦੇਵ ਮਹਾਰਾਜ ਦੱਸਦੇ ਆ, ਉਹਨਾਂ ਦਾ ਸਰੀਰ ਦਾ ਰੰਗ ਕਿਸ ਤਰ੍ਹਾਂ ਦਾ ਹੁੰਦਾ ਹੈ। ਇੱਕ ਨਿਸ਼ਾਨੀ ਦੱਸੀ ਹੈ ਸਾਧੂਆਂ ਨੂੰ, ਜਾਂ ਸਾਡੇ ਜਿਵੇਂ ਸੰਸਾਰ ਦੇ ਜਿਹੜੇ ਭੋਲੇ ਭਾਲੇ ਜਿਹੜੇ ਜੀਵ ਹਨ ਭਾਈ, ਉਹਨਾਂ ਨੂੰ ਦੱਸਦੇ ਆ ਮਹਾਰਾਜ। ਕਹਿੰਦੇ ਜੇ ਕਿਸੇ ਦਾ ਜਿਹੜਾ ਸਰੀਰ ਦਾ ਰੰਗ ਸਿਆਮਲਨ ਹੋਵੇ, ਭਾਵ ਜਿਵੇਂ ਸ਼੍ਰੀ ਕ੍ਰਿਸ਼ਨ ਜੀ ਦਾ ਰੰਗ ਸੀ ਸਿਆਮਲਨ ਸੀ ਨਾ, ਨਾ ਬਹੁਤਾ ਕਾਲਾ ਸੀ ਤੇ ਨਾ ਬਹੁਤਾ ਚਿੱਟਾ ਸੀ, ਸਿਆਮਲਨ ਜਿਹਾ ਰੰਗ ਸੀਗਾ। ਅਤੇ ਐਸੇ ਮਨੁੱਖ ਸਿਆਮਲਨ ਰੰਗ ਵਾਲੇ ਅਤੇ ਮੁਖ ਤੋਂ ਬੜੇ ਮਿੱਠੇ ਮਿੱਠੇ ਬਚਨ ਬੋਲਣ ਵਾਲੇ, ਮਹਾਰਾਜ ਤੁਸੀਂ ਤਾਂ ਸੰਤ ਹੋ, ਮਹਾਰਾਜ ਤੁਹਾਡੇ ਵਰਗਾ ਨਹੀਂ ਕੋਈ ਹੈ। ਸੋ ਇਸ ਤਰ੍ਹਾਂ ਦੇ ਬੋਲ ਬੋਲਣ ਵਾਲੇ ਅਗਲੇ ਨੂੰ ਉੱਪਰ ਹੀ ਚੜਾ ਦਿੰਦੇ ਆ, ਰੱਬੀ ਬਣਾ ਦਿੰਦੇ ਆ। ਸੋ ਐਸੇ ਜਿਹੜੇ ਮਨੁੱਖ ਹਨ ਹਿਰਦਿਆਂ ਨੂੰ ਭੂਮ ਵੈਰਨਾ, ਕਹਿੰਦੇ ਉਹਨਾਂ ਦੇ ਭਾਈ ਹਿਰਦੇ ਵਿੱਚ, ਹਿਰਦੇ ਰੂਪੀ ਭੂਮੀ ਦੇ ਵਿੱਚ ਵੈਰਨ ਹੈ, ਵੈਰ ਰਹਿੰਦਾ ਹੈ। ਨਿਵੰਤ ਗੋਵੰਤ ਮਿਥਿਆ ਚੇਤਨੰ ਸੰਤ ਸਵਜਨ ਹੈ। ਮਹਾਰਾਜ ਕਹਿੰਦੇ ਉਹਨਾਂ ਦਾ ਨਿਵੰਤ ਨਿਵਿਆ ਹੋਵੰਤ ਹੋਣਾ, ਭਾਵੇਂ ਉਹ ਕਿੰਨਾ ਵੀ ਨਿਵ ਜਾਣ, ਉਹਨਾਂ ਦਾ ਮਿਥਿਆ ਭਾਈ ਜਿੰਨਾ ਵੀ ਉਹ ਨਿਵਦੇ ਹੈ, ਉਹਨਾਂ ਦਾ ਨਿਵਿਆ ਹੋਇਆ ਮਿਥਿਆ ਹੈ। ਤੇ ਇਹ ਸਵਜਨ ਹੈ ਸੰਤ, ਸਵਜਨ ਹੈ ਪਿਆਰੇ ਸੰਤ। ਸੰਤ ਜਨੋ ਤੁਸੀਂ ਯਾਦ ਕਰੋ ਅਤੇ ਇਹਨਾਂ ਗੱਲਾਂ ਨੂੰ ਤੁਸੀਂ ਚੇਤੇ ਕਰ ਲਓ, ਇਸ ਕਰਕੇ ਤੁਸੀਂ ਚੇਤਨ ਸਾਵਧਾਨ ਰਹੋ ਐਸੇ ਪੁਰਸ਼ਾਂ ਤੋਂ। ਅਚੇਤ ਮੂੜਾ ਨਾ ਜਾਣਤ ਘਟੰਤ ਸਾਸਾ ਨਿਤ ਪ੍ਰਦੇ। ਗੁਰੂ ਮਹਾਰਾਜ ਕਹਿੰਦੇ ਐਸੇ ਜਿਹੜੇ ਭਾਈ ਮੂੜਾ ਮੂਰਖ ਪੁਰਸ਼ ਹੈ, ਉਹ ਪਰਮਾਤਮਾ ਤੋਂ ਅਚੇਤ ਹੈ, ਭੁੱਲੇ ਹੋਏ ਆ ਪਰਮਾਤਮਾ ਵਾਹਿਗੁਰੂ ਨੂੰ, ਪਤਾ ਹੀ ਨਹੀਂ ਕਿ ਕਿਹੜਾ ਪਰਮਾਤਮਾ ਰੱਬ ਨੂੰ ਭੁੱਲ ਜਾਂਦੇ ਆ। ਸੋ ਇਸ ਕਰਕੇ ਨਾ ਜਾਣੰਤ, ਜਾਣਦੇ ਨਹੀਂ ਉਹ, ਕੀ ਨਹੀਂ ਜਾਣਦੇ ਮਹਾਰਾਜ। ਮਹਾਰਾਜ ਕਹਿੰਦੇ ਘਟੰਤ ਸਾਸਾ ਨਿਤ ਪ੍ਰਤੇ, ਕਿ ਉਹਨਾਂ ਦੇ ਜਿਹੜੇ ਭਾਈ ਸਵਾਸਾ ਸਵਾਸ ਹਨ ਨਾ, ਸਾਸਾ ਸਵਾਸ ਹਨ, ਉਹ ਨਿਤਾ ਪ੍ਰਤੀ ਘਟਦੇ ਜਾ ਰਹੇ, ਹਰ ਰੋਜ਼ ਘਟਦੇ ਜਾ ਰਹੇ ਹੈ। ਇਹ ਨਹੀਂ ਗੱਲ ਜਾਣਦੇ ਉਹ ਕਿ ਅਸੀਂ ਇੱਕ ਨਾ ਇੱਕ ਦਿਨ ਮਰ ਜਾਣਾ, ਸਾਡੇ ਸਵਾਸ ਘਟਦੇ ਜਾ ਰਹੇ ਹੈ, ਕਿ ਇਸ ਤੋਂ ਅਸੀਂ ਕੋਈ ਲਾਭ ਉਠਾ ਲਈਏ, ਬਾਣੀ ਪੜ੍ਹ ਲਈਏ, ਬੰਦਗੀ ਕਰ ਲਈਏ। ਮਾਰਦਾ ਹਰ ਇੱਕ ਨਹੀਂ ਜਾਣਾ ਭਾਈ। ਪਸ਼ੂਆਂ ਨੂੰ ਵੀ ਜੂਨ ਮਿਲ ਜਾਂਦੀ ਹੈ, ਗਧਿਆਂ ਨੂੰ ਵੀ ਜੂਨ ਮਿਲ ਜਾਂਦੀ ਹੈ, ਕੁੱਤਿਆਂ ਨੂੰ ਵੀ ਜੂਨ ਮਿਲ ਜਾਂਦੀ ਹੈ। ਹਰ ਇੱਕ ਜੂਨ ਦੇ ਵਿੱਚ ਮਿੱਤਰ ਭਾਈ ਭੈਣ ਭਰਾ ਸਭ ਕੁਝ ਮਿਲ ਜਾਂਦੇ ਹੈ, ਖਾਣਾ ਪੀਣਾ ਉਹਨਾਂ ਨੂੰ ਵੀ ਮਿਲ ਜਾਂਦਾ ਹੈ। ਪਰ ਮਨੁੱਖ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਵਡਿਆਈ ਦਿੱਤੀ ਹੈ, ਮਾਨਸ ਕੋ ਪ੍ਰਭ ਦੀ ਵਡਿਆਈ ਦਿੱਤੀ ਹੈ ਗੁਰਮੁਖੋ, ਕਿ ਇਹ ਨਾਮ ਜਪ ਸਕਦਾ ਹੈ, ਬੰਦਗੀ ਕਰ ਸਕਦਾ ਹੈ, ਆਪਣੇ ਹੱਥ ਝਾੜੂ ਲਾ ਕੇ ਗੁਰੂ ਦਰਬਾਰ ਦੇ ਅੰਦਰ, ਦਰਬਾਰੇ ਦੇ ਅੰਦਰ, ਗੁਰੂ ਦਰ ਦੇ ਅੰਦਰ ਝਾੜੂ ਲਾ ਕੇ ਭਾਈ ਆਪਣੇ ਸਰੀਰ ਨੂੰ ਪਵਿੱਤਰ ਕਰ ਸਕਦਾ ਹੈ। ਗੁਰੂ ਦਰ ਦੇ ਝੂਠੇ ਬਰਤਨ ਮਾਂਜ ਕੇ ਆਪਣੇ ਅੰਦਰ ਨੂੰ ਪਵਿੱਤਰ ਕਰ ਸਕਦਾ ਹੈ। ਇੰਨੀ ਵਡਿਆਈ ਮਨੁੱਖ ਨੂੰ ਦਿੱਤੀ ਹੈ, ਨਾ ਕਿਸੇ ਹੋਰ ਜੂਨਾਂ ਕੋਲੇ ਸੋਚਣ ਸ਼ਕਤੀ ਹੈ, ਨਾ ਉਹ ਸੋਚ ਸਕਦੇ ਹੈ, ਨਾ ਹੀ ਉਹ ਮੁਕਤ ਹੋ ਸਕਦੇ ਹੈ। ਪਰ ਜੇ ਗੁਰੂ ਕਿਰਪਾ ਕਰ ਦੇਵੇ ਤਾਂ ਭਾਈ ਸਾਰਿਆਂ ਨੂੰ ਹੀ ਮੁਕਤ ਕਰ ਦਿੰਦਾ ਹੈ। ਪਰ ਇੱਕ ਨਿਰੰਕਾਰ ਵਾਹਿਗੁਰੂ, ਜਦੋਂ ਉਹਨਾਂ ਨੇ ਇੱਕ ਸ੍ਰਿਸ਼ਟੀ ਮਹਾਰਾਜ ਨੇ ਐਸੀ ਬਣਾਈ ਹੈ ਕਿ ਮਨੁੱਖ ਨੂੰ ਵਡਿਆਈ ਦੇ ਦਿੱਤੀ। ਮਹਾਰਾਜ ਕਹਿੰਦੇ ਤੈਨੂੰ ਵਡਿਆਈ ਦਿੱਤੀ, ਤੂੰ ਸੋਚ ਲੈ ਆਪਣੇ ਜੀਵਨ ਦੇ ਬਾਰੇ, ਤੂੰ ਪਤਾ ਕਰ ਲੈ ਕਿ ਤੇਰੇ ਸਵਾਸ ਘਟਦੇ ਜਾ ਰਹੇ ਹਨ। ਛੇ ਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਗਰਾਸਤੇ। ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜੀ ਇਹ ਸੁੰਦਰੀ ਕਾਇਆ, ਸੁੰਦਰ ਕਾਇਆ ਹੈ ਨਾ, ਇਹ ਸ਼ਿਜੰਤ ਭਾਵ ਸਿੱਧੀ ਜਾ ਰਹੀ ਹੈ, ਇਹ ਨਾਸ ਹੁੰਦੀ ਜਾ ਰਹੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜੋ ਕਾਲ ਕੰਨਿਆ ਗ੍ਰਸਤੇ, ਜੋ ਸੰਗਤ ਜੀ ਕਾਲ ਨਾਮ ਮੌਤ ਦਾ ਹੁੰਦਾ ਹੈ, ਜੋ ਕਾਲ ਦੀ ਜਿਹੜੀ ਕੰਨਿਆ ਧੀ ਹੈ ਮੌਤ ਹੈ। ਇਸ ਕਰਕੇ ਉਹ ਮੌਤ ਤੈਨੂੰ ਗ੍ਰਸ ਰਹੀ ਹੈ, ਹਰ ਵਕਤ
ਤੇਰੇ ਉੱਤੇ ਹੀ ਖੜੀ ਰਹਿੰਦੀ ਹੈ ਕਿ ਮਾੜਾ ਜਿਹਾ ਬਸ ਕੋਈ ਗੱਲ ਹੋਣ ਦੀ ਦੇਰ ਹੀ ਹੈ, ਉਸੇ ਵਕਤ ਆ ਕੇ ਚਿੰਬੜ ਜਾਂਦੀ ਹੈ। ਗੁਰਸੰਗਤ ਜੀ ਸਮਾਂ ਉਦੋਂ ਹੀ ਪਤਾ ਲੱਗਦਾ ਕਿ ਸਰੀਰ ਤਾਂ ਸਵੇਰੇ ਤਾਂ ਠੀਕ ਸੀਗਾ, ਪਰ ਸ਼ਾਮਾਂ ਨੂੰ ਪਤਾ ਲੱਗਦਾ ਕਿ ਉਹ ਚੜਾਈ ਕਰ ਗਿਆ। ਕੋਈ ਪਤਾ ਥੋੜੀ ਨਾ ਲੱਗਦਾ, ਵਾਹਿਗੁਰੂ ਨੇ ਸਵਾਸ ਦਿੱਤੇ ਆ, ਬਸ ਜਿੰਨੇ ਸਵਾਸ ਸੀਗੇ ਉਹ ਭੁਗਤਾ ਲਏ, ਉਹ ਹੁਣ ਪੂਰੇ ਹੋ ਗਏ ਤੇ ਆਪਾਂ ਕਹਿੰਦੇ ਆ ਕਿ ਸਰੀਰ ਚੜਾਈ ਕਰ ਗਿਆ। ਇਸ ਕਰਕੇ ਜਿਹੜੀ ਕਾਲ ਕੰਨਿਆ ਗ੍ਰਸਤੇ ਗ੍ਰਸ ਰਹੀ ਹੈ ਮਨੁੱਖ ਨੂੰ, ਕਾਲ ਜੋ ਕਾਲ ਦੀ ਕੰਨਿਆ ਧੀ ਹੈ, ਕੰਨਿਆ ਨਾਮ ਹੁੰਦਾ ਧੀ ਦਾ, ਧੀ ਕਿਹੜੀ ਹੈ ਮੌਤ, ਮੌਤ ਇਹਨੂੰ ਗ੍ਰਸ ਰਹੀ ਹੈ, ਪਾਵੇਂ ਦੇ ਕੋਲ ਹੀ ਰਹਿੰਦੀ ਹੈ। ਰਚੰਤ ਪੁਰਖ ਹੈ ਕੁਟੰਬ ਲੀਲਾ, ਅਨਿਤ ਆਸਾ ਵਿਖਿਆ ਬਿਨੋਦ। ਸੋ ਜਿਹੜਾ ਇਹ ਪੁਰਸ਼ ਹੈ, ਪੁਰਸ਼ ਗੁਰਸੰਗਤ ਜੀ ਹਰ ਵਕਤ ਉਹ ਆਪਣਾ ਕੁਟੰਬ ਦੇ ਜੋ ਲੀਲਾ ਕ੍ਰੀੜਾ ਹੈ ਨਾ, ਜੋ ਲੀਲਾ ਆਪਾਂ ਕਹਿੰਦੇ ਆ ਕਿ ਆਨੰਦ ਦੇ ਵਿੱਚ ਕ੍ਰੀੜਾ ਦੇ ਵਿੱਚ ਹੀ ਰਹਿੰਦਾ ਹੈ, ਅਨੇਕਾਂ ਪ੍ਰਕਾਰ ਦੀਆਂ ਹੀ ਰਚਨਾ ਨੂੰ ਰਚੰਤ ਰਚ ਰਿਹਾ ਹੈ, ਉਹਨਾਂ ਦੇ ਨਾਲ ਹੱਸਦਾ ਹੈ, ਖੇਡਦਾ ਹੈ। ਖੇਡਣਾ ਜ਼ਰੂਰੀ ਹੈ, ਪਰ ਜਦੋਂ ਆਪਾਂ ਪਰਮੇਸ਼ਰ ਨੂੰ ਭੁੱਲ ਜਾਂਦੇ ਹਾਂ ਨਾ, ਮਹਾਰਾਜ ਨੇ ਤਾਂ ਸਰੀਰ ਨੂੰ ਕਿਹਾ ਕਿ ਸਰੀਰ ਤੇਰਾ ਸਭ ਤੋਂ ਵੱਡਾ ਉੱਤਮ ਸਰੀਰ ਇਹੀ ਹੈ, ਜੇ ਤੂੰ ਸਿਮਰਨ ਕਰੇਗਾ, ਬੰਦਗੀ ਕਰੇਗਾ, ਬਾਣੀ ਪੜ੍ਹੇਗਾ ਤਾਂ ਹੀ ਤੇਰਾ ਸਰੀਰ ਉੱਤਮ ਹੈ ਨਾ। ਤੇ ਜੇ ਤੂੰ ਬੰਦਗੀ ਨਾ ਕੀਤੀ ਤੇਰਾ ਇਹਦਾ ਕੀ ਫਾਇਦਾ, ਫਿਰ ਤਾਂ ਆਉਂਦੇ ਤਾਂ ਭਾਈ ਸਾਰੀਆਂ ਜੂਨਾਂ ਦੇ ਵਿੱਚ ਹੈ ਤੇ ਸੋ ਸਾਰੇ ਹੀ ਵਿਅਰਥੀ ਚਲੇ ਜਾਂਦੇ ਆ ਨਾ, ਮੁਕਤ ਥੋੜੀ ਨਾ ਹੁੰਦੇ ਆ। ਮੁਕਤ ਹੋਣ ਕਰਕੇ ਤੈਨੂੰ ਸਰੀਰ ਮਿਲਿਆ ਸੀ, ਪਰ ਮੁਕਤ ਤੂੰ ਕੀਤਾ ਨਹੀਂ ਗਿਆ। ਮਹਾਰਾਜ ਕਹਿੰਦੇ ਭਾਈ ਤੂੰ ਅਚੇਤ ਹੈ। ਸੱਚੇ ਪਾਤਸ਼ਾਹ ਮਹਾਰਾਜ ਦੱਸਦੇ ਹੈ, ਸੋ ਪੰਕਤੀ ਦੁਆਰਾ ਪੜੋ। ਰਚੰਤ ਪੁਰਖ ਹੈ ਕੁਟੰਬ ਲੀਲਾ, ਅਨਿਤ ਆਸਾ ਵਿਖਿਆ ਬਿਨੋਦ। ਹਰ ਵਕਤ ਉਹ ਆਪਣੇ ਪਰਿਵਾਰ ਦੇ ਜੋ ਲੀਲਾ ਇਸੇ ਦੇ ਵਿੱਚ ਕ੍ਰੀੜਾ ਦੇ ਵਿੱਚ ਰਚੰਤ ਰਚਿਆ ਰਹਿੰਦਾ ਹੈ। ਗੁਰਸੰਗਤ ਜੀ ਜੋ ਅਨਿਤ ਜੋ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਹੈ, ਅਨਿਤ ਉਹਨੂੰ ਕਿਹਾ ਜਾਂਦਾ ਹੈ ਕਿ ਕਦੇ ਵੀ ਨਾ ਪੂਰੀਆਂ ਹੋਣ ਵਾਲੀਆਂ ਹੋਣ। ਅਨਿਤ ਜੋ ਨਾਸਵਾਨ ਸਾਡੀ ਆਸਾ ਹੈ ਨਾ, ਨਾਸਵਾਨ ਭਾਵ ਕਦੇ ਨਾ ਕਦੇ ਖਤਮ ਹੋ ਹੀ ਜਾਣੇ ਜਿਹੜੇ ਪਦਾਰਥ ਇਕੱਠੇ ਕਰ ਲਏ, ਐਸੇ ਨਾਸਵਾਨ ਸਾਡੀਆਂ ਆਸਾਂ ਨੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵਿਖਿਆ ਜ਼ਹਿਰ ਹੈ ਭਾਈ ਵੱਧਦੀ ਜਾਂਦੀ ਹੈ। ਪ੍ਰਮੰਤ ਪ੍ਰਮੰਤ ਬਹੁ ਜਨਮ ਹਾਰਿਓ, ਸਰਨ ਨਾਨਕ ਕਰਨਾ ਮਿਆ ਹੈ। ਬੇਨਤੀ ਕਰ ਵਾਹਿਗੁਰੂ ਦੇ ਅੱਗੇ ਸੱਚੇ ਪਾਤਸ਼ਾਹ ਮਹਾਰਾਜ, ਮੈਂ ਤਾਂ ਭਰਮੰਤ ਬਹੁ ਜਨਮ ਹਾਰਿਓ। ਭਰਮ ਦਾ ਇੱਕ ਨਹੀਂ ਮਹਾਰਾਜ, ਬਹੁਤ ਜਨਮ ਹਾਰ ਗਿਆ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਪਰੰਗਾ, ਕਈ ਜਨਮ ਪੰਖੀ ਸਰਪ ਹੋਇਓ। ਕਿੰਨੀਆਂ ਜੂਨਾਂ ਮਹਾਰਾਜ ਸੱਚੇ ਪਾਤਸ਼ਾਹ ਮੈਂ ਭੋਗਦਾ ਹੋਇਆ ਹਾਂ, ਪਰ ਹੁਣ ਮਹਾਰਾਜ ਮੈਂ ਆਪ ਜੀ ਦੀ ਸ਼ਰਨ ਗ੍ਰਹਿਣ ਕਰ ਲਈ ਹੈ। ਕਰਨਾ ਮਯ ਹੈ ਪਾਠ ਹੈ। ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਕਿਰਪਾ ਕਰੋ, ਮੈਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਕੇ ਮੇਰਾ ਪਾਰ ਉਤਾਰਾ ਕਰ ਦਿਓ। ਹੇ ਜਿਹਬੇ ਹੇ ਰਸਗੇ ਮਦਰ ਪ੍ਰੇਤੋਯੰ। ਮਹਾਰਾਜ ਦੱਸਦੇ ਹੈ ਕਿ ਹੁਣ ਜੀਵ ਨੂੰ ਭਾਈ ਤੂੰ ਸੰਬੋਧਨ ਹੋ ਕੇ ਆਖ, ਜਾਂ ਸਤਿਗੁਰੂ ਜੀ ਜੀਵ ਨੂੰ ਸੰਬੋਧਨ ਹੋ ਕੇ ਕਹਿ ਰਹੇ ਹੈ। ਇੱਕ ਜੀਵ ਹੁੰਦੀ ਹੈ, ਇੱਕ ਰਸਨਾ ਹੁੰਦੀ ਹੈ। ਗੁਰਸੰਗਤ ਜੀ ਸਾਡੇ ਜੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਾ 10 ਗੁਣ ਦਿੱਤੇ ਹੈ। ਇਸੇ ਤਰ੍ਹਾਂ ਜਿਵੇਂ ਸਾਡੇ ਅੰਦਰ ਅੱਖਾਂ ਨੇਤਰ ਦੇਖਦੇ ਆ, ਕੰਨ ਸੁਣਦੇ ਆ, ਇੱਕ ਇੱਕ ਕੰਮ ਕਰਦੇ ਆ, ਪਰ ਜੀਵ ਦੇ ਕੋਲੇ 2 ਗੁਣ ਨੇ। ਇਹ ਰਸ ਨੂੰ ਚੱਕਦੀ ਵੀ ਹੈ ਤੇ ਨਾਲੇ ਕਿਰਿਆ ਕਰਮ ਬੋਲਦੀ ਵੀ ਹੈ, ਬੋਲ ਕੇ ਵੀ ਦੱਸ ਦਿੰਦੀ ਹੈ, ਚੱਕ ਕੇ ਵੀ ਦੱਸਦੀ ਹੈ ਕਿ ਮਿੱਠਾ ਹੈ, ਕੌੜਾ ਹੈ, ਖੱਟਾ ਹੈ, ਕਿਸ ਤਰ੍ਹਾਂ ਦਾ ਹੈ, ਤੇ ਜੀਭ ਬੋਲ ਕੇ ਵੀ ਦੱਸਦੀ ਹੈ। ਗਿਆਨ ਇੰਦਰੀ ਕਰਮ ਇੰਦਰੀ ਬਣੇ ਜਾਂਦੇ ਹੈ। ਜੀਵ ਦੇ ਕੋਲੇ ਦੋਨੇ ਇੰਦਰੀ ਹੈ, ਗਿਆਨ ਇੰਦਰੀ ਵੀ ਹੈ ਤੇ ਕਰਮ ਇੰਦਰੀ ਵੀ ਹੈ। ਇਸੇ ਕਰਕੇ ਮਹਾਰਾਜ ਨੇ ਉਪਦੇਸ਼ ਦਿੱਤਾ ਹੈ, ਹੇ ਜਿਹਬੇ ਹੇ ਰਸਗੇ ਹੇ ਜੀਵ, ਹੇ ਰਸਗੇ ਹੇ ਰਸਨਾ, ਤੂੰ ਤਾਂ ਬੜੇ ਮਿੱਠੇ ਮਿੱਠੇ ਜਿਹੜੇ ਪਦਾਰਥ ਹੈ ਉਹਨਾਂ ਦੇ ਪ੍ਰੇਮ ਪਿਆਰ ਦੇ ਵਿੱਚ ਤੂੰ ਰਚੀ ਹੋਈ ਹੈ। ਸਤ ਹਤੰ ਪਰਮ ਵਾਦੰ ਅਵਰਤ ਇਛ ਹੈ ਸੁਧ ਅਚਰਨ ਹੈ। ਦੇਖ ਜੀਵ ਤੂੰ ਕਦੇ ਵੀ ਸੱਚ ਨਹੀਂ ਬੋਲਦੀ, ਤੂੰ ਸੱਚ ਨਹੀਂ ਬੋਲਦੀ, ਹਰ ਵਕਤ ਝੂਠ ਬੋਲਣ ਦੇ ਵਿੱਚ ਲੱਗੀ ਹੋਈ ਹੈ, ਝੂਠ ਬੋਲਦੀ ਹੈ। ਗੁਰਸੰਗਤ ਜੀ ਸੱਚੇ ਪਾਤਸ਼ਾਹ ਮਹਾਰਾਜ ਦਾ ਇਹ ਪਾਵਨ ਬਾਣੀ ਦੇ ਵਿੱਚ ਵੀ ਵਚਨ ਆਇਆ ਹੈ
ਕਿ ਬੋਲੀ ਹੈ ਸੱਚ ਧਰਮ, ਝੂਠ ਨਾ ਬੋਲੀ ਹੈ। ਕਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ। ਗੋਂਦੇ ਨੇ ਝੂਠ ਬੋਲਿਆ ਸੀਗਾ ਤੇ ਉਸਦੀ ਧਰਤੀ ਤੇ ਭੂਤਾਂ ਪ੍ਰੇਤਾਂ ਦਾ ਵਾਸਾ ਹੋ ਗਿਆ ਸੀ। ਅੱਜ ਸ੍ਰੀ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਵਿੱਚ ਗਿਆ ਸੀ ਨਾ, ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਵਿੱਚ ਗਿਆ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਭੇਜਿਆ ਸੀ ਭਾਈ, ਉਸ ਵਕਤ ਇੱਕ ਸੋਟੀ ਲੈ ਕੇ ਗਏ ਸੀ ਮਹਾਰਾਜ ਤੇ ਉੱਥੇ ਜਿੰਨਾ ਭੂਤਾਂ ਪ੍ਰੇਤਾਂ ਦਾ ਵਾਸਾ ਸੀ ਮਹਾਰਾਜ ਸੱਚੇ ਪਾਤਸ਼ਾਹ ਨੇ ਛਿਨ ਮਾਤਰ ਦੇ ਵਿੱਚ ਨਸ਼ਟ ਕਰ ਦਿੱਤੇ ਸੀ, ਖਤਮ ਕਰ ਦਿੱਤੇ ਸੀ। ਸਾਰੇ ਦੌੜ ਗਏ ਸੀ, ਭੱਜ ਗਏ ਸਨ। ਸੋ ਇਸੇ ਤਰ੍ਹਾਂ ਉੱਥੇ ਭੂਤਾਂ ਪ੍ਰੇਤਾਂ ਦਾ ਵਾਸਾ ਹੁੰਦਾ ਜਿੱਥੇ ਆਪਾਂ ਝੂਠ ਬੋਲ ਕੇ ਕੋਈ ਧਨ ਦੌਲਤ ਮਾਇਆ ਇਕੱਠੀ ਕੀਤੀ ਹੋਵੇ। ਮਹਾਰਾਜ ਕਹਿੰਦੇ ਇਹ ਰਸਨਾ, ਇਹ ਜਿਹਵਾ, ਤੂੰ ਤਾਂ ਬਹੁਤ ਝੂਠ ਬੋਲਣ ਦੇ ਵਿੱਚ ਲੱਗ ਗਈ। ਸਤ ਖਤਮ, ਤੂੰ ਤਾਂ ਸਤ ਨੂੰ ਭਾਵ ਸੱਚ ਨੂੰ ਤਾਂ ਨਾਸ ਹੀ ਕਰ ਦਿੱਤਾ, ਖਤਮ ਹੀ ਕਰ ਦਿੱਤਾ। ਅਤੇ ਪਰਮ ਬਾਦਨ, ਪਰਮ ਨਾਮ ਬਹੁਤ ਵੱਡੇ ਦਾ ਹੁੰਦਾ, ਬਾਦਨ ਝਗੜੇ ਦਾ, ਬਹੁਤ ਵੱਡੇ ਵੱਡੇ ਤੂੰ ਝਗੜੇ ਕਰਦੀ ਹੈ। ਅਤੇ ਅਵਰਤ ਇੱਥਾ ਹੈ, ਸੁਧ ਅਸ਼ਰਨ ਹੈ। ਮਹਾਰਾਜ ਕਹਿੰਦੇ ਜਿਹੜੀ ਇੱਥਾ ਹੈ ਭਾਵ ਸਾਧ ਸੰਗਤ ਹੈ ਨਾ, ਸਾਧ ਸੰਗਤ ਦੇ ਵਿੱਚ ਆ ਕੇ ਵਾਹਿਗੁਰੂ ਮੰਤਰ ਦਾ ਤੂੰ ਸ਼ੁੱਧ ਜੋ ਅਸ਼ਰਨ ਹੈ ਭਾਵ ਅੱਖਰ ਦਾ ਤੂੰ ਉਚਾਰਨ ਹੀ ਨਹੀਂ ਕਰਦੀ, ਅਵਰਤ ਛੱਡ ਦਿੱਤਾ ਤੂੰ ਵਾਹਿਗੁਰੂ ਅੱਖਰ ਨੂੰ, ਨਾਮ ਨੂੰ ਤੂੰ ਸ਼ੁੱਧ ਉਚਾਰਨ ਕਰਨਾ ਤਿਆਗ ਦਿੱਤਾ ਹੈ। ਗੋਬਿੰਦ ਦਾਮੋਦਰ ਮਾਧਵੇ। ਇਸ ਕਰਕੇ ਇਹ ਜੀਵਾ ਤੇ ਰਸਨਾ ਮੈਂ ਤੈਨੂੰ ਇੱਕ ਸਿੱਖਿਆ ਦੇਣਾ। ਗੁਰੂ ਅੰਗਦ ਦੇਵ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹ ਜੋ ਪਰਮਾਤਮਾ ਵਾਹਿਗੁਰੂ ਹੈ ਨਾ, ਉਸਦੇ ਤੂੰ ਨਾਮ ਨੂੰ ਉਚਾਰਨਾ ਕਰ। ਕੈਸਾ ਵਾਹਿਗੁਰੂ ਗੋਬਿੰਦ ਹੈ, ਵਾਹਿਗੁਰੂ ਨਿਰੰਕਾਰ ਦਾਮ ਉਦਰ ਪ੍ਰੇਮ ਰੂਪੀ ਆਪਣੇ ਉਦਰ ਨੂੰ, ਗੁਰਸੰਗਤ ਜੀ ਪ੍ਰੇਮ ਰੂਪੀ ਰੱਸੀ ਦੇ ਨਾਲ ਆਪਣੇ ਉਦਰ ਨੂੰ ਬਣਾਉਣ ਵਾਲਾ ਵਾਹਿਗੁਰੂ ਦਮੋਦਰ ਹੈ। ਇਹ ਮਾਧਵੇ ਮਾਇਆ ਦੇ ਪਤੀ ਨੂੰ ਤੂੰ ਉਚਾਰਨ ਕਰ, ਨਾਮ ਨੂੰ ਉਚਾਰਨ ਕਰ। ਗਰਭੰਤ ਨਾਰੀ ਮਦੋਨ ਮਤੰ, ਬਲਵੰਤ ਬਲਾਤ ਕਾਰਨ ਹੈ। ਪਾਤਸ਼ਾਹ ਮਹਾਰਾਜ ਜੋ ਗੁਰਸੰਗਤ ਜੀ ਵਾਸ਼ਨਾ ਦੇ ਬੱਝੇ ਹੋਏ ਮਨੁੱਖ, ਭਾਵੇਂ ਉਹ ਇਸਤਰੀ ਹੈ ਭਾਵੇਂ ਮਨੁੱਖ ਹੋਇਆ, ਦੋਨਾਂ ਦੀ ਬਾਬਤ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਹੈ ਕਿ ਉਹਨਾਂ ਨੂੰ ਹੰਕਾਰ ਹੁੰਦਾ। ਗਰਭੰਤ ਨਾਮ ਹੰਕਾਰ ਹੁੰਦਾ ਬਹੁਤ ਜ਼ਿਆਦਾ। ਨਾਰੀ ਮਦੋਨ ਮਤੰ, ਮਦੋਨ ਨਾਮ ਕਾਮ ਦੇ ਵਿੱਚ, ਮਤੰ ਮਸਤੇ ਹੋਏ, ਇਸਤਰੀ ਤੇ ਪੁਰਖ, ਉਹਨਾਂ ਨੂੰ ਹੰਕਾਰ ਹੋ ਜਾਂਦਾ ਹੈ। ਅਤੇ ਉਹਨਾਂ ਦਾ ਇਹ ਹੰਕਾਰ ਬਲਵੰਤ ਬਲਾਤ ਕਾਰਨ ਹੈ। ਗੁਰਸੰਗਤ ਜੀ ਉਹਨਾਂ ਦਾ ਹੰਕਾਰ ਫਿਰ ਜਿਹੜੀ ਬੁਢੇਪਾ ਹੈ ਨਾ, ਬੁਢੇਪਾ, ਉਹਨਾਂ ਦਾ ਇਹ ਹੰਕਾਰ ਦੂਰ ਕਰ ਦਿੰਦਾ ਹੈ। ਬੁਢੇਪਾ ਆਉਣ ਦੇ ਨਾਲ ਹੀ ਉਹਨਾਂ ਦਾ ਹੰਕਾਰ ਦੂਰ ਹੋ ਜਾਂਦਾ ਹੈ। ਅਥਵਾ ਦੂਸਰਾ ਅਰਥ ਮਹਾਂਪੁਰਖ ਲਾਉਂਦੇ ਹੈ ਕਿ ਉਹਨਾਂ ਨੂੰ ਹੰਕਾਰ ਹੁੰਦਾ ਹੈ ਬਲਵੰਤ, ਬਹੁਤ ਵੱਡੇ ਵੱਡੇ ਜਿਨ੍ਹਾਂ ਦੇ ਸਰੀਰਾਂ ਦੇ ਅੰਦਰ ਬੜਾ ਬਲ ਹੁੰਦਾ ਹੈ। ਅਤੇ ਉਹਨਾਂ ਨੂੰ ਇਹ ਹੁੰਦਾ ਸੀ ਕਿ ਉਹਨਾਂ ਦਾ ਬਲ ਬਲਾਤ ਕਾਰਨ ਹੈ ਭਾਵ ਖਤਮ ਕਰਨ ਵਾਲੀਆਂ ਹਾਂ। ਇਸਤਰੀ ਮਨੁੱਖ ਉਹਨਾਂ ਦੇ ਮਨ ਦੇ ਵਿੱਚ ਇਹ ਹੁੰਦਾ ਹੈ। ਚਰਨ ਕਮਲ ਨਹਿ ਭਜੰਤ, ਤ੍ਰਿਣ ਸਮਾਨ ਦ੍ਰਿਗ ਜਨਮ ਨਹਿ। ਉਹ ਚਰਨ ਕਮਲ ਗੁਰਸੰਗਤ ਜੀ ਜੋ ਵਾਹਿਗੁਰੂ ਦੇ ਜੋ ਕਮਲ ਦੇ ਵਾਂਗ ਨਿਰਲੇਪ ਰਹਿਣ ਵਾਲੇ ਵਾਹਿਗੁਰੂ ਦੇ ਜੋ ਚਰਨ ਹੈ ਨਾ, ਨਾਮ ਰੂਪੀ ਚਰਨ, ਨਹਿ ਭਜੰਤ, ਇਹਨਾਂ ਚਰਨਾਂ ਨੂੰ ਉਹ ਫਿਰ ਭਜੰਤ ਭਜਦੇ ਨਹੀਂ, ਸਿਮਰਨ ਨਹੀਂ ਕਰਦੇ ਵਾਹਿਗੁਰੂ ਦਾ, ਭੁੱਲ ਜਾਂਦੇ ਆ ਵਾਹਿਗੁਰੂ ਦੇ ਸਿਮਰਨ ਨੂੰ। ਮਹਾਰਾਜ ਕਹਿੰਦੇ ਉਹਨਾਂ ਦਾ ਜੀਵਨ ਪਤਾ ਕਿੰਨਾ ਦੇ ਵਾਂਗ ਹੈ ਭਾਈ, ਜਿਵੇਂ ਤ੍ਰਿਣ ਕੱਖ ਹੁੰਦੇ ਆ, ਕੱਖਾਂ ਨੂੰ ਗੁਰਸੰਗਤ ਜੀ ਉਹਨਾਂ ਦੇ ਸਮਾਨ ਐਸੇ ਮਨੁੱਖਾਂ ਦਾ, ਐਸੇ ਜੀਵਾਂ ਦਾ, ਨਾਮ ਤੋਂ ਹੀਣੇ ਪੁਰਸ਼ਾਂ ਦਾ ਜੀਵਨ ਹੈ। ਏ ਪਪੀਲ ਕਾ ਗ੍ਰਸਤੇ, ਗੋਬਿੰਦ ਸਿਮਰਨ ਤੋਯੰ ਧਨੇ। ਮਹਾਰਾਜ ਕਹਿੰਦੇ ਉਹਨਾਂ ਨਾਲੋਂ ਤਾਂ ਭਾਈ ਪਪੀਲ ਤਾਂ ਕੀੜੀ ਵੀ ਚੰਗੀ ਹੁੰਦੀ ਹੈ। ਕੀੜੀ ਵੀ ਚੰਗੀ ਹੈ, ਉਹ ਤਾਂ ਚੰਗੀ ਹੈ, ਇਹ ਕੀੜੀ ਤੂੰ ਤਾਂ ਚੰਗੀ ਹੈ ਅਗਰ ਜੇ ਤੂੰ ਗੋਬਿੰਦ ਸਿਮਰਨ ਤੋਯੰ ਧਨੇ, ਤੇਰੇ ਕੋਲੇ ਗੋਬਿੰਦ ਵਾਹਿਗੁਰੂ ਦਾ ਸਿਮਰਨ ਹੈ, ਫਿਰ ਤੂੰ ਗ੍ਰਸਤੇ ਵੱਡੀ ਹੈ, ਫਿਰ ਤੂੰ ਐਸੇ ਜਿਹੜੇ ਮਨੁੱਖਾਂ ਨਾਲੋਂ ਵੀ ਤੂੰ ਵੱਡੀ ਪਦਵੀ ਨੂੰ ਧਾਰਨ ਕਰਨ ਵਾਲੀ ਹੈ। ਅਥਵਾ ਮਹਾਰਾਜ ਕਥਨ ਕਰਦੇ ਹੈ ਜਿਹੜੇ ਗੁਰਸੰਗਤ ਜੀ, ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਤੋਂ ਹੀਣੇ ਪੁਰਸ਼ ਹੈ, ਉਹ ਕੱਖਾਂ ਦੇ ਸਮਾਨ ਹਨ। ਅਤੇ
ਉਹਨਾਂ ਤੋਂ ਬਾਅਦ ਮਹਾਰਾਜ ਕਹਿੰਦੇ ਜਿਹੜੇ ਨਿਮਰਤਾ ਵਾਲੇ ਪੁਰਸ਼ ਹੈ ਨਾ, ਜਿਨ੍ਹਾਂ ਦੇ ਅੰਦਰ ਬਹੁਤੀ ਨਿਮਰਤਾ ਹੈ, ਕੀੜੀ ਦੇ ਵਾਂਗ ਕੀੜੀ ਦੇ ਵਿੱਚ ਕਿੰਨੀ ਨਿਮਰਤਾ, ਹਰ ਵਕਤ ਨੀਵਾਂ ਹੋ ਕੇ ਚੱਲਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜੇ ਤੇਰੇ ਕੋਲੇ ਹੈ ਨਿਮਰਤਾ ਵਾਲੇ ਪੁਰਸ਼ਾ, ਵਾਹਿਗੁਰੂ ਦਾ ਸਿਮਰਨ ਹੋਇਆ, ਤੂੰ ਉਹਨਾਂ ਨਾਲੋਂ ਕਿਤੇ ਧਨੀ ਹੈ, ਭਾਵ ਉਹਨਾਂ ਨਾਲੋਂ ਤੂੰ ਧਨਤਾ ਦੇ ਯੋਗ ਹੈ। ਨਾਨਕ ਅਨਕ ਬਾਰ ਨਮੋ ਨਮః। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਐਸੇ ਨਿਮਰਤਾ ਵਾਲੇ ਪੁਰਸ਼ਾਂ ਨੂੰ ਜਿਨ੍ਹਾਂ ਦੇ ਕੋਲੇ ਨਾਮ ਹੈ, ਉਹਨਾਂ ਨੂੰ ਸਾਡੀ ਅਨੰਤ ਵਾਰ ਅਨੇਕਾਂ ਵਾਰ ਹੀ ਨਮੋ ਨਮః ਨਮਸਕਾਰ ਹੈ, ਨਮਸਕਾਰ ਹੈ। ਤ੍ਰਿਣੰ ਤਾਮੇਰੰ ਸਹਿਤੰ ਤਾਹਰਿਯੰ। ਅਗਰ ਜੇ ਗੁਰੂ ਕਿਰਪਾ ਕਰ ਦਵੇ ਤਾਂ ਭਾਈ ਜੋ ਤ੍ਰਿਣੰ ਤਾਮੇਰੰ, ਤ੍ਰਿਣ ਨਾਮ ਕੱਖ ਦਾ ਹੁੰਦਾ ਹੈ, ਜੋ ਗੁਰਸੰਗਤ ਜੀ ਕੱਖ ਵੀ ਕਹਿੰਦੇ ਮੇਰਨ ਸੁਮੇਰ ਪਰਬਤ ਦੇ ਵਾਂਗ ਹੋ ਜਾਂਦੇ ਆ, ਮੇਰਨ ਪਹਾੜਾਂ ਦੇ ਵਾਂਗ ਹੋ ਜਾਂਦੇ ਆ। ਸਹਿਕਮ ਤਾਹਰਿਯੰ, ਸਹਿਕਮ ਨਾਮ ਸੁੱਕਿਆ ਹੋਇਆਂ ਦਾ ਹੁੰਦਾ ਹੈ ਕਿ ਜਿਹੜੇ ਦਰਖਤ ਸੁੱਕੇ ਹੋਏ ਹੁੰਦੇ ਆ ਗੁਰੂ ਦੀ ਕਿਰਪਾ ਨਾਲ ਉਹ ਵੀ ਹਰੀਆਂ ਹਰੇ ਹੋ ਜਾਂਦੇ ਆ। ਜਿਨ੍ਹਾਂ ਦੇ ਅੰਦਰ ਨਾਮ ਨਹੀਂ ਹੁੰਦਾ, ਭਾਵਨਾ ਨਹੀਂ ਹੁੰਦੀ, ਗੁਰੂ ਦੀ ਸ਼ਰਨ ਦੇ ਵਿੱਚ ਆਉਣ ਦੇ ਨਾਲ ਉਹਨਾਂ ਦਾ ਵੀ ਭਾਈ ਹਿਰਦਾ ਹਰੀਆਂ ਨਾਮ ਦੇ ਨਾਲ ਹਰਾ ਹੋ ਜਾਂਦਾ ਹੈ। ਗੂੜੰ ਤਾ ਤਰਿਯੰ ਊਨੰ ਤਾ ਭਰਿਯੰ। ਅਤੇ ਜਿਹੜੇ ਗੂੜਨ ਡੁੱਬੇ ਹੋਏ ਐ ਗੁਰੂ ਕਿਰਪਾ ਦਾ ਸਦਕਾ ਤਰੀਆਂ ਤਰ ਜਾਂਦੇ ਐ। ਜਿਹੜੇ ਭਾਵ ਸਾਗਰ ਦੇ ਵਿੱਚ, ਵਾਸਨਾ ਦੇ ਵਿੱਚ, ਵਿਕਾਰਾਂ ਦੇ ਵਿੱਚ ਭਾਈ ਡੁੱਬੇ ਹੋਏ ਐ ਨਾ, ਗੁਰੂ ਜਦੋਂ ਨਾਮ ਰੂਪੀ ਬੇੜੇ ਤੇ ਚਾੜ ਕੇ ਫਿਰ ਉਹਨਾਂ ਨੂੰ ਤਰੀਆਂ ਤਾਰ ਦਿੰਦਾ ਹੈ। ਤੇ ਜਿਹੜੇ ਊਣਨ ਤਾਂ ਭਰੀਆਂ ਊਣੇ ਐ, ਜਿਨ੍ਹਾਂ ਦੇ ਕੋਲੇ ਕੱਖ ਵੀ ਨਹੀਂ ਹੈ, ਉਹ ਵੀ ਭਾਈ ਭਰੀਆਂ ਭਰ ਦਿੰਦਾ ਵਾਹਿਗੁਰੂ। ਜਿਹੜੇ ਸੇਵਾ ਤੋਂ ਊਣਨ ਹਨ ਭਾਈ, ਜਿਹੜੇ ਊਣੇ ਐ, ਜਿਨ੍ਹਾਂ ਦੇ ਅੰਦਰ ਸੇਵਾ ਭਾਵਨਾ ਨਹੀਂ ਹੈ, ਖਾਲੀ ਹੈ ਜਿਹੜੇ ਸੇਵਾ ਤੋਂ, ਮਹਾਰਾਜ ਸੇਵਾ ਦੀ ਦਾਤ ਕਰ ਦੇ ਕੇ ਉਹਨਾਂ ਨੂੰ ਭਾਈ ਭਰ ਦਿੰਦਾ ਹੈ। ਅੰਧਕਾਰ ਕੋਟ ਸੂਰ ਉਜਾਰੰ। ਮਹਾਰਾਜ ਕਹਿੰਦੇ ਜਿਹੜੇ ਅੰਧਕਾਰ ਹਨੇਰੇ ਦੇ ਵਿੱਚ ਰਹਿਣ ਵਾਲੇ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਬਹੁਤ ਅੰਧਕਾਰ ਹੈ, ਹਨੇਰਾ ਹੀ ਹਨੇਰਾ, ਘੋਰ ਹਨੇਰਾ ਹੈ, ਤੇ ਜੇ ਗੁਰੂ ਦੀ ਕਿਰਪਾ ਹੋ ਜਾਵੇ ਉਹਨਾਂ ਦੇ ਹਿਰਦੇ ਅੰਦਰ ਕੋਟ ਸੂਰ ਉਜਾਰੰ, ਕੋਟ ਨਾਮ ਕਰੋੜਾਂ ਸੂਰਜਾਂ ਜਿੰਨਾ ਭਾਈ ਉਜਾਰਨ ਚਾਨਣ ਹੋ ਜਾਂਦਾ ਹੈ। ਬਿਨਵੰਤ ਨਾਨਕ ਹਰ ਗੁਰ ਦਿਆਰੰ। ਇਹ ਹੁੰਦਾ ਤਾਂ ਹੈ ਜੇ ਕਿਤੇ ਬਿਨਵੰਤ ਨਾਨਕ ਹਰ ਗੁਰ ਦਇਆਨੰ ਬੇਨਤੀ ਕਰਨ ਦੇ ਨਾਲ, ਜੇ ਕਿਤੇ ਹਰ ਹਰੀ ਗੁਰ ਵਾਹਿਗੁਰੂ ਦਇਆਨੰ ਦਇਆ ਕਰ ਦੇਣ। ਬ੍ਰਾਹਮਣ ਹੈ ਸੰਗ ਉਦਰਣੰ। ਬ੍ਰਹਮ ਕਰਮ ਜੇ ਪੂਰਨ ਹੈ। ਹੁਣ ਜੋ ਆਪਣੇ ਆਪ ਨੂੰ ਬ੍ਰਾਹਮਣ ਦੱਸਦੇ ਆ ਭਾਈ, ਉਹਨਾਂ ਦੀ ਬਾਤ ਸੱਚੇ ਪਾਤਸ਼ਾਹ ਮਹਾਰਾਜ ਕਥਨ ਕਰਦੇ ਆ ਭਾਈ, ਉਹ ਜਿਹੜੇ ਪੂਰਨ ਬ੍ਰਾਹਮਣ ਹਨ। ਮਹਾਰਾਜ ਕਹਿੰਦੇ ਜੇ ਪੂਰਨ ਬ੍ਰਾਹਮਣ ਦਾ ਕਿਤੇ ਸੰਗ ਕਰ ਲਈਏ ਨਾ, ਸੰਗ ਕਰ ਲਈਏ, ਉਹ ਵੀ ਭਾਈ ਉਦਰਣੰ ਤਪ ਜਾਂਦੇ ਆ ਸੰਗ ਕਰਨ ਦੇ ਨਾਲ। ਬਸ ਸ਼ਰਤ ਕੀ ਰੱਖ ਦਿੱਤੀ, ਉਹ ਬ੍ਰਾਹਮਣ ਕਹਿੰਦੇ ਬ੍ਰਹਮ ਕਰਮ ਜੇ ਪੂਰਨ ਹੈ, ਜੇ ਬ੍ਰਹਮ ਕਰਮ ਕਰਨ ਦੇ ਵਿੱਚ ਪੂਰਾ ਹੈ। ਭਗਤ ਜੀ ਵੀ ਕਹਿੰਦੇ ਐ ਸੋ ਬ੍ਰਾਹਮਣ ਕਹੀਤ ਹੈ ਮਹਾਰਾਜ, ਕਿ ਸਾਡੇ ਵਿੱਚ ਤਾਂ ਉਹ ਬ੍ਰਾਹਮਣ ਕਹੀ ਜਾਂਦਾ ਸੋ ਜੋ ਬ੍ਰਹਮ ਵਿਚਾਰਾ, ਜਿਹੜੇ ਬ੍ਰਹਮ ਦੀ ਵਿਚਾਰ ਕਰਦੇ ਐ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਬ੍ਰਾਹਮਣ ਪੂਰਨ ਹਨ ਉਹਨਾਂ ਦਾ ਸੰਗ ਕਰਨ ਦੇ ਨਾਲ ਜੀਵ ਉਦਰਣੰ ਤਰ ਜਾਂਦਾ ਹੈ। ਆਤਮ ਰਤੰ ਸੰਸਾਰ ਗਹਿੰ। ਤੇ ਨਰ ਨਾਨਕ ਨਿਹਫਲ ਹੈ। ਜਿਹੜੇ ਆਤਮ ਮਨ ਦੇ ਵਿੱਚ ਭਾਈ ਰਤਨ ਰਤੇ ਹੋਏ ਆਪਣੇ ਮਨ ਆਈਆਂ ਕਰਦੇ ਆ, ਮਨ ਹੋਏ ਫਿਰਦੇ ਆ, ਸੋ ਸੰਸਾਰ ਗੇਹੰ, ਸੰਸਾਰ ਨੂੰ ਗਹਨ ਪਕੜਿਆ ਹੋਇਆ ਉਹਨਾਂ ਨੇ। ਮਹਾਰਾਜ ਕਹਿੰਦੇ ਉਹ ਨਰ ਪੁਰਸ਼, ਉਹਨਾਂ ਦਾ ਆਉਣਾ ਨਿਹਫਲ ਹੈ, ਭਾਵ ਵਿਅਰਥ ਹੋਇਆ ਉਹਨਾਂ ਦਾ ਆਉਣਾ। ਪਰ ਦਰਪ ਹਿਰਣੰ ਬਹੁ ਬਿਗਨ ਕਰਨੰ। ਉਚਰਨੰ ਸਰਬ ਜੀ ਕਹੈ। ਮਹਾਰਾਜ ਕਹਿੰਦੇ ਐਸੇ ਜਿਹੜੇ ਭਾਈ ਮਾਇਆਕਾਰੀ ਲੋਕ ਹਨ, ਉਹ ਪਰ ਦਰਬ ਹਿਰਣੰ ਨਾਮ ਉਚਾਰ ਜੋ ਗੁਰਸੰਗਤ ਜੀ ਇਕੱਠੇ ਕਰਨ ਦਾ ਹੁੰਦਾ, ਚੋਰੀ ਕਰਨ ਦਾ ਹੁੰਦਾ। ਮਹਾਰਾਜ ਕਹਿੰਦੇ ਪਰਾਏ ਦਰਬ ਨੂੰ ਇਕੱਠਾ ਕਰ ਲੈਣਾ, ਹਿਰਣੰ ਹੋ ਲੈਣਾ, ਕਿਸੇ ਤੋਂ ਇਕੱਠਾ ਕਰ ਲੈਣਾ, ਫਿਰ ਬਣਦੇ ਕੰਮ ਦੇ ਵਿੱਚ ਅਗਲਿਆਂ ਦੇ ਬਹੁ ਵਿਘਨ ਕਰਨ, ਬੜੇ ਵਿਘਨ ਪਾਉਣੇ। ਅਤੇ ਸਰਬ ਜੀ ਕਹੈ, ਸਾਰੇ ਜੀਵਾਂ ਨੂੰ ਉਚਰਨੰ ਕਹਿ ਉਚਰਨ ਭਾਵ ਉਚਾਰਨ ਕਰਨਾ, ਤੁਸੀਂ ਆਹ ਕਰੋ, ਤੁਸੀਂ ਆਹ ਕਰੋ, ਪਰ ਆਪਣਾ ਜੀਵਨ ਉਸ ਵਰਗਾ ਨਾ ਹੋਣਾ।
ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਉਸ ਨੂੰ ਚਾਹੀਦਾ ਹੈ ਕਿ ਆਪਣਾ ਜੀਵਨ ਵੀ, ਆਪਣੇ ਜੀਵਨ ਦੇ ਬਾਰੇ ਵੀ ਸੋਚਣਾ ਚਾਹੀਦਾ ਹੈ, ਆਪਣੇ ਮੁਕਤ ਹੋਣ ਦੇ ਬਾਰੇ ਵੀ ਸੋਚ ਲੈਣਾ ਚਾਹੀਦਾ ਹੈ। ਲੌਲੀ ਤ੍ਰਿਸ਼ਨਾ ਅਤਪਤ ਮਨ ਮਾਏ, ਕਰਮ ਕਰਤ ਸੇ ਸ਼ੁਕਰ ਹੈ। ਲੋ ਲਈ ਤ੍ਰਿਸ਼ਨਾ ਅਤਿਪਤ ਪਾਠ ਹੈ। ਕਈ ਗੁਰਮੁਖ ਪਾਠ ਕਰ ਜਾਂਦੇ ਆ ਅਤਪਤ ਪਾਠ, ਪਰ ਅਤਪਤ ਪਾਠ ਨਹੀਂ ਹੈ, ਅਤਿਪਤ ਪਾਠ ਕਰਨਾ ਹੈ। ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਹੈ ਕਿ ਲੋ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ, ਕਰਮ ਕਰਤ ਸਤ ਸ਼ੁਕਰ ਹੈ ਪਾਠ ਵੀ ਆਉਂਦਾ ਤੇ ਸੇ ਪਾਠ ਵੀ ਆਉਂਦਾ ਹੈ। ਦੋਨੇ ਪਾਠ ਹੀ ਗੁਰਸੰਗਤ ਜੀ ਸ਼ੁੱਧ ਹੀ ਹੁੰਦੇ ਆ। ਕਈ ਵਾਰੀ ਸੋ ਸਾਡੇ ਵਿੱਚ ਸ਼ੰਕਾ ਆ ਜਾਂਦੀ ਆ ਪਾਠ ਸ਼ੁੱਧ ਹੈ, ਇਹ ਆ ਪਾਠ ਕਿਸ ਤਰ੍ਹਾਂ ਹੈ, ਗਲਤੀ ਤਾਂ ਨਹੀਂ ਕੋਈ, ਪਰ ਅੱਜ ਕੱਲ੍ਹ ਸਤੂਪਾਂ ਦੇ ਵਿੱਚ ਮਾੜਾ ਮੋਟਾ ਫਰਕ ਤਾਂ ਪਾਇਆ ਹੈ, ਪਰ ਸਾਨੂੰ ਜਿਵੇਂ ਸਤੂਪਾਂ ਦੇ ਵਿੱਚ ਲਿਖਿਆ ਹੁੰਦਾ ਉਸ ਤਰ੍ਹਾਂ ਹੀ ਪੜ੍ਹਨਾ ਚਾਹੀਦਾ। ਸੰਥਿਆ ਲੈਣੀ ਚਾਹੀਦੀ ਹੈ, ਸੰਥਿਆ ਜ਼ਰੂਰੀ ਹੁੰਦੀ ਹੈ। ਜਦੋਂ ਸੰਥਿਆ ਲਵਾਂਗੇ ਨਾ, ਬਾਣੀ ਪੜ੍ਹਾਂਗੇ ਕਿਸੇ ਗੁਰਮੁਖਾਂ ਕੋਲੋਂ, ਉਦੋਂ ਫਿਰ ਉਹ ਪਾਠ ਦਾ ਜਿਹੜਾ ਮਤਭੇਦ ਹੁੰਦਾ ਪਤਾ ਲੱਗ ਜਾਂਦਾ ਹੈ। ਪਰ ਸੰਥਿਆ ਲੈਣ ਵਾਲੇ ਗੁਰਮੁਖ ਫਿਰ ਉਸ ਤਰ੍ਹਾਂ ਬਾਣੀ ਪੜ੍ਹਦੇ ਰਹਿੰਦੇ ਆ ਭਾਈ। ਇਹ ਸਾਡੇ ਵਿੱਚ ਜਿਹੜੇ ਐਸੇ ਲੋਕ ਨੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਥੋੜਾ ਜਿਹਾ ਮਤਭੇਦ ਪਾ ਦਿੱਤਾ, ਕੋਈ ਬਾਣੀ ਨੂੰ ਮੰਨਦਾ, ਕੋਈ ਨਹੀਂ ਮੰਨਦਾ। ਰਹੋ ਵਿਚਾਰ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਲਓ ਲਈ ਤ੍ਰਿਸ਼ਨਾ ਅਤਿਪਤ, ਜੋ ਭਾਈ ਜੋ ਅਤਿਪਤ ਮਨ ਮਾਏ, ਮਾਇਆ ਦੇ ਵਿੱਚ ਮਨ ਜਿਨ੍ਹਾਂ ਦੇ ਲੱਗੇ ਆ ਨਾ, ਉਹ ਤਾਂ ਹਮੇਸ਼ਾ ਅਤਿਪਤ ਹੀ ਰਹਿੰਦੇ ਆ। ਉਹਨਾਂ ਦਾ ਮਨ ਕਦੇ ਤ੍ਰਿਪਤ ਨਹੀਂ ਹੋ ਸਕਦਾ, ਕਿਉਂਕਿ ਉਹ ਤਾਂ ਹਰ ਵਕਤ ਤ੍ਰਿਸ਼ਨਾ ਦੇ ਵਿੱਚ ਰਹਿੰਦੇ ਆ। ਲਓ ਲਈ ਕਹਿੰਦੇ ਆ ਕਿ ਅਸੀਂ ਆਹ ਵੀ ਲਈ ਚੀਜ਼, ਵਸਤੂ, ਪਦਾਰਥ ਲੈ ਲਈਏ, ਆਹ ਵੀ ਪਦਾਰਥ ਲੈ ਲਈਏ। ਕਰਮ ਕਰਤ ਸਤ ਸ਼ੁਕਰ ਹੈ, ਸੂਰ ਦੇ ਵਾਂਗ ਭਾਈ ਉਹ ਕਰਮ ਕਰਦੇ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੋ ਗੁਰਸੰਗਤ ਜੀ ਆਪਣੇ ਤੇ ਕਿਰਪਾ ਕੀਤੀ ਹੈ। ਆਪਾਂ ਸਾਰੀ 66 ਸ਼ਲੋਕਾਂ ਦੀ ਜਿਹੜੀ ਕਥਾ ਹੈ ਸੰਪੂਰਨ ਜੋ ਸ਼ਰਵਣ ਕਰ ਚੁੱਕੇ ਆ। ਗਰੀਬ ਨਿਵਾਸ ਕਿਰਪਾ ਕਰੇ ਕੱਲ ਨੂੰ ਸੋ ਅੰਮ੍ਰਿਤ ਵੇਲੇ ਅੱਧਾ ਕੁ ਘੰਟਾ ਦਾ ਜੋ ਜਿੰਨਾ ਸਮਾਂ ਮਹਾਰਾਜ ਕਿਰਪਾ ਕਰਨਗੇ, ਕਿਉਂਕਿ 2 ਸ਼ਲੋਕਾਂ ਦੀ ਕਥਾ ਹੈ। ਬਾਕੀ ਸੰਗਤ ਨੇ ਫਿਰ ਉਧਰ ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਹੈ, ਉਧਰ ਵੀ ਸੰਗਤ ਕਰਨੀ ਹੈ। ਬਹੁਤ ਵੱਖਰੇ ਵੱਖਰੇ ਸਾਧੂ ਮਹਾਂਪੁਰਖ ਆਉਣਗੇ, ਸਾਧੂਆਂ ਦੇ ਗੁਰਸਿੱਖਾਂ ਦੇ ਭਾਈ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਸਾਹਿਬਾਨ ਵੀ ਆਉਣਗੇ ਤੇ ਆਪ ਜੀ ਨੇ ਦਰਸ਼ਨ ਕਰਕੇ ਲਾਹੇ ਪ੍ਰਾਪਤ ਕਰਨੇ। ਇਹ ਵੀ ਬਹੁਤ ਚੰਗਾ ਸਮਾਂ ਹੁੰਦਾ ਹੈ, ਜਿਹੜਾ ਗੁਰਸਿੱਖਾਂ ਦਾ ਸੰਗ ਹੋ ਜਾਂਦਾ, ਸਾਧੂਆਂ ਦਾ ਸੰਗ ਹੋ ਜਾਂਦਾ। ਗੁਰੂ ਕਿਰਪਾ ਕਰੇ ਪਾਵਨ ਪਵਿੱਤਰ ਕਥਾ ਵਿਚਾਰ ਕਰਦਿਆਂ ਤੋਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ਿਸ਼ ਕਰਨੀ ਭਾਈ। ਆਪ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ, ਜੋ ਆਪ ਜੀ ਨੇ ਗੁਰਸੰਗਤ ਜੀ 9 ਦਿਨ ਬੜੀ ਭਾਵਨਾ ਦੇ ਨਾਲ ਕਥਾ ਵਿਚਾਰ ਸ਼ਰਵਣ ਕੀਤੀ ਹੈ। ਸੰਗਤ ਦੇ ਸਹਿਯੋਗ ਦੇ ਨਾਲ ਹੀ ਕਥਾ ਹੁੰਦੀ ਹੈ। ਸੋ ਕਈ ਵਾਰੀ ਬੋਲਦਿਆਂ ਤੋਂ ਗੁਰਸੰਗਤ ਜੀ ਘੱਟ ਵੱਧ ਬੋਲਿਆ ਜਾਂਦਾ ਹੈ। ਆਪ ਜੀ ਦਾ ਪ੍ਰਤੱਖ ਗੁਰਾਂ ਦਾ ਸਰੂਪ ਸੰਗਤ ਤੋਂ ਬਖਸ਼ ਲੈਣਾ, ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ਿਸ਼ ਕਰਨੀ ਜੀ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਕਰ ਦਰਬ ਹਿਰਨੰ ਬਹੁ ਬਿਗਨ ਕਰਨੰ, ਉਚਰਨੰ ਸਰਬ ਜੀ ਕਹੈ। ਲੋ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ, ਕਰਮ ਕਰਤ ਸੇ ਸ਼ੁਕਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੈ ਸਭ ਥਾਈ ਹੋਏ ਸਹਾਈ, ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਰਸ਼ਨ ਦਿਦਾਰ ਦਾ ਧਿਆਨ ਧਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਏ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਜੀ। ਆਪ ਜੀ ਦੀ ਅਪਾਰ ਕਿਰਪਾ ਮਿਹਰਮਤ ਬਖਸ਼ਿਸ਼ ਦਾ ਸਦਕਾ ਸੰਧਿਆ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਦੇ ਅੰਦਰ ਮਹਾਰਾਜ ਸਹਿਸ ਕ੍ਰਿਤੀ ਨਾਮੇ ਬਾਣੀ ਦੀ ਕਥਾ ਹੋਈ ਹੈ। ਬਾਣੀ ਪੜ੍ਹਦਿਆਂ ਤੋਂ, ਕਥਾ ਕਰਦਿਆਂ ਤੋਂ ਅੱਖਰ ਲੱਗ ਕੰਨਾ ਧੁੱਲ ਤੁਕ ਭੁੱਲ ਚੁੱਕ ਮੁਆਫ ਕਰਨੀ।
ਅੱਗੇ ਤੋਂ ਬਾਣੀ ਪੜਨ ਦਾ, ਕਥਾ ਵਿਚਾਰਾ ਕਰਨ ਦਾ, ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਸੰਗਤ ਕਰਨ ਦਾ ਭਾਵ ਉਦਮ, ਮਨ ਚਾਓ ਬਖਸ਼ਿਸ਼ ਕਰਨਾ, ਹੋਈਆਂ ਭੁੱਲਾਂ ਚੁੱਕਾਂ ਦੀ ਆਪ ਜੀ ਨੇ ਮੁਆਫੀ ਬਖਸ਼ਿਸ਼ ਕਰਨੀ। ਗਰੀਬ ਨਵਾਜ ਅੰਮ੍ਰਿਤ ਵੇਲੇ ਤੋਂ ਆਪ ਜੀ ਦੇ ਹਜ਼ੂਰ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ। ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਜੋ ਵੀ ਮਨੋਕਾਮਨਾ ਭਾਵਨਾਵਾਂ ਨੂੰ ਲੈ ਕੇ ਸੰਗਤਾਂ ਨੇ ਆਪ ਜੀ ਦੇ ਹਜ਼ੂਰ ਹਾਜ਼ਰੀਆਂ ਭਰੀਆਂ ਨੇ, ਸਭਨਾਂ ਦੀਆਂ ਮਨੋਕਾਮਨਾਵਾਂ ਭਾਵਨਾਵਾਂ ਸੰਪੂਰਨ ਕਰਨੀਆਂ। ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਾਲਵਾ ਜੀ ਸੱਚੇ ਪਾਤਸ਼ਾਹ ਆਪਣੇ ਚਰਨਾਂ ਦੇ ਵਿੱਚ ਉਹਨਾਂ ਨੂੰ ਨਿਵਾਸ ਬਖਸ਼ਿਸ਼ ਕਰਨਾ। ਸੋ ਮਹਾਂਪੁਰਖਾਂ ਦੇ ਨਿਮਿਤ ਸਮੂਹ ਸੰਗਤ ਨੇ ਮਹਾਰਾਜ ਸੋ ਹਰ ਰੋਜ਼ ਦੀ ਤਰ੍ਹਾਂ ਗਰੀਬ ਨਵਾਜ ਹਾਜ਼ਰੀਆਂ ਭਰਦੇ ਰਹੇ ਨੇ। ਬਾਣੀ ਪੜ੍ਹੀ ਗਈ ਹੈ ਉਹਨਾਂ ਦੇ ਨਿਮਿਤ। ਸੱਚੇ ਪਾਤਸ਼ਾਹ ਪੜ੍ਹੀ ਸੁਣੀ ਬਾਣੀ ਆਪ ਜੀ ਨੇ ਸੁਧ ਕੇ ਸੱਚਖੰਡ ਦਰ ਪ੍ਰਵਾਨ ਕਰਨੀ। ਪੜ੍ਹੀ ਸੁਣੀ ਬਾਣੀ ਦਾ ਫਲ ਮਹਾਤਮ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਨੂੰ ਸੱਚੇ ਪਾਤਸ਼ਾਹ ਦੇਣਾ, ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨਾ। ਪਰਿਵਾਰ ਦੇ ਵੱਲੋਂ ਆਪ ਜੀ ਦੇ ਹਜ਼ੂਰ ਥਾਲ ਪ੍ਰਸ਼ਾਦੇ ਦਾ ਸੱਜ ਕੇ ਹਾਜ਼ਰ ਹੋਇਆ। ਆਪ ਜੀ ਕਰੋ ਕਿਰਪਾ ਕਰੀ ਭਾਗ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਏ। ਆਪ ਜੀ ਨੂੰ ਭੋਗ ਲੱਗਿਆ ਸੀਤ ਪ੍ਰਸਾਦ ਭੋਗ, ਸਾਧ ਸੰਗਤ ਦੇ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰਿਆਂ ਦੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਸੋ ਕਹੁ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ। ਨੂਰ ਅਰਸੋ ਪੁਰਸਹੁ ਤੁਧ ਡਿਠੇ ਸਚੇ ਪਾਤਸ਼ਾਹ। ਮਲ ਜਨਮ ਜਨਮ ਦੀ ਸਜਣ ਸਚਾ ਪਾਤਸ਼ਾਹ। ਸਿਰ ਸਾਹੰਦੈ ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇ ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਨਾਂਗੇ ਆਵਣ ਨਾਂਗੇ ਜਾਣਾ, ਕੋਈ ਨਾ ਰਹਿ ਰਾਜਾ ਰਾਣਾ। ਨਾਂਗੇ ਆਵਣ ਨਾਂਗੇ ਜਾਣਾ, ਕੋਈ ਨਾ ਰਹਿ ਰਾਜਾ ਰਾਣਾ। ਰਾਮ ਰਾਜਾ ਨੌ ਨਿਧ ਮੇਰੇ, ਸੰਪੈ ਹੇਤ ਕਲਤ ਧਨ ਤੇਰੇ। ਰਹਾਉ ਆਵਤ ਸੰਗ ਨਾ ਜਾਤ ਸੰਗਾਤੀ, ਕਹਾ ਭਇਓ ਦਰ ਬਾਂਧੇ ਹਾਥੀ। ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਕਹਿ ਕਬੀਰ ਕਿਛ ਗੁਣ ਵਿਚਾਰ, ਚੱਲੇ ਜੁਆਰੀ ਦੋਏ ਹੱਥ ਝਾਰ।
ਕਹੈ ਕਬੀਰ ਕਿਛ ਗੁਣ ਵਿਚਾਰ, ਚੱਲੇ ਜੁਆਰੀ ਦੋਏ ਹੱਥ ਝਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿ